ਅਪਲਾਈ ਦਿੱਕਤ ਕਿਉਂ ਉੱਥੇ ਨਹੀਂ ਆ ਕਰਦੇ? ਜਾਂਦੀ ਹੈ। ਕਿਉਂਕਿ ਸਾਡੇ 'ਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੌਨਫੀਡੈਂਸ ਦਾ ਘਾਟਾ ਹੁੰਦਾ ਹੈ। ਵੀ ਡੋਂਟ ਬਿਲੀਵ ਇਨ ਅਵਰਸੈਲਫ, ਓਕੇ? ਹੂੰ, ਇਨ ਆਰਡਰ ਟੂ ਮੇਕ ਸਮਬਡੀ ਐਲਸ ਬਿਲੀਵ ਇਨ ਯੋਰਸੈਲਫ, ਯੂ ਹੈਵ ਟੂ ਬਿਲੀਵ ਇਨ ਯੋਰਸੈਲਫ ਫਰਸਟ, ਹਰਪ੍ਰੀਤ। ਜੇਕਰ ਤੁਹਾਨੂੰ ਆਪਣੀ ਪਰਸਨੈਲਿਟੀ, ਤੁਸੀਂ ਆਪਣੇ ਆਪ ਨੂੰ ਆਪ ਹੀ ਨਹੀਂ ਪਸੰਦ ਕਰਦੇ, ਜੇਕਰ ਤੁਹਾਡਾ ਯਾ ਆਪਣੇ ਆਪ 'ਚ ਯਕੀਨ ਨਹੀਂ ਹੈਗਾ, ਨੋਬਡੀ ਐਲਸ ਇਜ਼ ਗੋਨਾ ਲਾਈਕ ਯੂ, ਨੋਬਡੀ ਐਲਸ ਇਜ਼ ਗੋਨਾ ਪੁੱਟ देयर ਬਿਲੀਫ ਇਨ ਯੂ। ਸੋ ਅੱਜ ਜਾਂ ਫਿਊਚਰ ਦੇ ਵਿੱਚ ਜਿਹਨੇ ਵੀ ਕਰ ਲੈਣਾ, ਦ ਬਿਗੇਸਟ ਥਿੰਗ ਯੂ ਗੋtta ਡੂ ਇਜ਼ ਯੂ ਗੋtta ਮੇਕ ਅ ਪਲਾਨ, ਓਕੇ? ਹੂੰ, ਤੁਸੀਂ 2 ਸਾਲ ਬਾਅਦ ਲੈਣਾ, ਤੁਸੀਂ 3 ਸਾਲ ਬਾਅਦ ਲੈਣਾ, ਬਟ ਯੂ ਗੋtta ਸਟਾਰਟ ਵਰਕਿੰਗ ਔਨ ਦੈਟ ਟੁਡੇ। ਸੋ ਵਾਟ ਆਈ ਮੀਨ ਬਾਈ ਦੈਟ ਇਜ਼ ਕਦੀ ਵੀ ਜਿਹੜੀ ਦੋ ਮਾਰਕੀਟਸ ਆਲਵੇਜ਼ ਸੇਮ ਨਹੀਂ ਹੁੰਦੀਆਂ। 2006 ਦੇ ਵਿੱਚ ਜਿਹੜੀ ਮਾਰਕੀਟ ਸੀ, 7 ਦੇ ਵਿੱਚ ਅੱਡ ਸੀ, 8 ਦੇ ਵਿੱਚ ਡਰੌਪ ਹੋਈ, 9 ਦੇ ਵਿੱਚ ਥੱਲੇ ਰਹੀ, 10 ਦੇ ਵਿੱਚ ਜਿਹੜਾ ਆ ਉਹਦੀ ਰਿਕਵਰੀ ਸਟਾਰਟ ਹੋਈ। ਮਤਲਬ ਹਰੇਕ ਸਾਲ ਮਾਰਕੀਟ ਜਿਹੜੀ ਹੈ ਸ਼ਿਫਟ ਹੁੰਦੀ ਹੈ। ਜੇਕਰ ਤੁਹਾਡਾ ਲਾਈਫਸਟਾਈਲ, ਤੁਹਾਡਾ ਕੰਮ ਇਸ ਹਿਸਾਬ ਦਾ ਹੈ ਕਿ ਮੇਬੀ ਯੂ ਜਸਟ ਗੋ ਟੂ ਸਲੀਪ, ਤੁਸੀਂ ਰਾਤੀ 10 ਹੂੰ, ਵਜੇ ਤੱਕ ਕੰਮ ਕਰਦੇ ਹੋ, ਮੇਬੀ ਯੂ ਗੋ ਟੂ ਬੈਡ ਐਟ ਲਾਈਕ 12 ਐਂਡ 1, ਤੁਸੀਂ 5 ਵਜੇ ਉੱਠ ਹੀ ਨਹੀਂ ਸਕਦੇ। ਜੇ ਉੱਠ ਵੀ ਜਾਓਗੇ ਤਾਂ ਪੰਜਾਬੀ 'ਚ ਕਹਿੰਦੇ ਐਵੇਂ ਕੰਧਾਂ 'ਚ ਵੱਜਦੇ। ਤੇ ਓਵਰ ਲਾਸਟ 2 centuries, I guess about 90% ਜਿਹੜੇ ਦੁਨੀਆ ਦੇ ਮਿਲੀਅਨਰਸ ਨੇ, they are made from the real estate। ਕੁਝ ਓਕੇ। ਲੋਕ ਕਹਿੰਦੇ ਨੇ ਇਟਸ ਅ ਸੇਲਸ ਬਿਜ਼ਨਸ। I don't believe it's a sales business। I think ਐਜ਼ ਅ ਚੰਗੇ ਰੀਅਲਟਰ ਦਾ ਕੰਮ ਸਿਰਫ ਐਡਵਾਈਸ ਕਰਨਾ ਹੁੰਦਾ, ਐਂਡ ਦੈਨ let the other person decide either they want to do it or not। ਹੈਲੋ ਐਵਰੀਬਾਡੀ, ਆਈ ਹੋਪ ਯੂ ਆਲ ਆਰ ਡੂਇੰਗ ਵੈਲ। ਐਂਡ ਅੱਜ ਦਾ ਜੋ ਪੋਡਕਾਸਟ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ, ਕਿਉਂਕਿ ਅੱਜ ਦੇ ਪੋਡਕਾਸਟ ਦੇ ਜੋ ਗੈਸਟ ਨੇ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਉਹ ਇੱਕ ਰੀਅਲਟਰ ਵੀ ਨੇ, ਉਹ ਇੱਕ ਕੰਟੈਂਟ ਕ੍ਰੀਏਟਰ ਵੀ ਨੇ, ਉਹ ਮੋਟੀਵੇਸ਼ਨਲ ਸਪੀਕਰ ਵੀ ਨੇ, ਅਤੇ ਉਹ ਨਾਲ ਦੀ ਨਾਲ ਲੋਕਾਂ ਨੂੰ ਇੰਸਪਾਇਰ ਵੀ ਕਰਦੇ ਆ। ਤਾਂ ਉਹਨਾਂ ਨੇ ਸਾਨੂੰ ਕੀ ਦੱਸਿਆ ਕਿ ਤੁਸੀਂ ਅਗਰ ਘਰ ਲੈਣਾ ਫਿਊਚਰ ਦੇ ਵਿੱਚ, ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਤੁਹਾਨੂੰ ਪਲਾਨ ਕਿੱਦਾਂ ਕਰਨਾ ਚਾਹੀਦਾ, ਤੁਹਾਨੂੰ ਅਗਰ ਘਰ ਬਾਏ ਕਰਨਾ ਕਦੋਂ ਕਰਨਾ, ਤੁਸੀਂ ਉਹਨੂੰ ਸੈੱਲ ਕਦੋਂ ਕਰਨਾ, ਤੁਸੀਂ ਇਨਫਲੇਸ਼ਨ ਨੂੰ ਕਿੱਦਾਂ ਮੈਜ਼ਰ ਕਰਨਾ, ਜਾਂ ਤੁਹਾਨੂੰ ਇਨਫਲੇਸ਼ਨ ਦਾ ਕਿੱਦਾਂ ਧਿਆਨ ਰੱਖਣਾ ਚਾਹੀਦਾ। US ਅਤੇ ਕੈਨੇਡਾ ਦੀ ਮਾਰਕੀਟ ਨੂੰ ਵੀ ਅਸੀਂ ਕੰਪੇਅਰ ਕਰਤਾ ਇਹ ਪੋਡਕਾਸਟ ਦੇ ਵਿੱਚ। ਅਗਰ ਤੁਸੀਂ ਇੱਕ ਰੀਅਲਟਰ ਹੋ, ਤੁਹਾਨੂੰ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਅਸੀਂ ਉਹ ਵੀ ਸ਼ੇਅਰ ਕਰਤੀਆਂ। ਹੋਰ ਤਾਂ ਹੋਰ, ਅਗਰ ਤੁਸੀਂ ਘਰ ਲੈਣ ਵਾਸਤੇ ਤੁਸੀਂ ਲੋਕੇਸ਼ਨ ਦੇਖਦੇ ਪਏ ਹੋ ਜਾਂ ਏਰੀਆ ਦੇਖਦੇ ਪਏ ਹੋ, ਤੁਹਾਨੂੰ ਉਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਅਸੀਂ ਉਹ ਵੀ ਡਿਸਕਸ ਕਰਤੀਆਂ। ਆਲਮੋਸਟ ਕਹਿ ਦਈਏ ਕਿ ਸਾਰਾ ਦਾ ਸਾਰਾ ਬੰਡਲ ਹੈ। ਤੁਸੀਂ ਇੱਕ ਇਹ ਪੋਡਕਾਸਟ ਦੇਖ ਲਿਆ ਤਾਂ ਤੁਸੀਂ ਅੱਗੇ ਜਾ ਕੇ ਘਰ ਲੈਣ ਵਾਸਤੇ ਜਦੋਂ ਤੁਸੀਂ ਰੀਅਲਟਰ ਕੋਲ ਜਾਓਗੇ, ਤੁਹਾਨੂੰ ਅੱਧੀਆਂ ਗੱਲਾਂ ਪਹਿਲਾਂ ਹੀ ਪਤਾ ਹੋਣਗੀਆਂ। ਤੁਸੀਂ ਰੀਅਲਟਰ ਨੂੰ ਖੁਦ ਦੱਸੋਗੇ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ, ਠੀਕ ਹੈ? ਤੁਸੀਂ ਰੀਅਲਟਰ ਤੋਂ ਨਹੀਂ ਪੁੱਛੋਗੇ ਕਿ ਹਾਂ ਤੂੰ ਸਾਨੂੰ ਸੁਜੈਸਟ ਕਰ, ਕਿਉਂਕਿ ਅੱਜ ਕੱਲ੍ਹ ਅਗਰ ਅਸੀਂ ਗੱਲ ਕਹੀਏ, ਸਾਰੇ ਨਹੀਂ, ਕੁਛ ਰੀਅਲਟਰ ਗੱਲਾਂ ਲੁਕੋ ਸਕਦੇ ਆ। ਤਾਂ ਆਹੀ ਸਾਨੂੰ ਦੀ ਨੈਬ ਸਿੰਘ ਨੇ ਸਾਰਾ ਕੁਝ ਦੱਸਿਆ, ਤਾਂ ਤੁਹਾਨੂੰ ਅਸੀਂ ਮਿਲਾਉਂਦੇ ਹਾਂ ਦੀ ਨੈਬ ਸਿੰਘ ਨਾਲ। ਸਤਿ ਸ਼੍ਰੀ ਅਕਾਲ ਨਵ ਵੀਰੇ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਅੱਜ ਦੇ ਪੋਡਕਾਸਟ ਦੇ ਵਿੱਚ। ਜਿੱਦਾਂ ਕਿ ਮੈਨੂੰ ਤੁਹਾਡੇ ਬਾਰੇ ਪਤਾ, ਤੁਸੀਂ ਹਰ ਇੱਕ ਬੰਦੇ ਲਈ ਇੱਕ ਮੋਟੀਵੇਸ਼ਨਲ ਹੋ, ਤੁਸੀਂ ਹਰ ਇੱਕ ਬੰਦੇ ਲਈ ਇੱਕ ਰੀਅਲਟਰ ਦਾ ਕੰਮ ਕਰਦੇ ਹੋ, ਬਹੁਤ ਸਾਰੇ ਤੁਸੀਂ ਕੰਮ ਕਰਦੇ ਹੋ। ਮੈਨੂੰ ਜੋ ਚੀਜ਼ਾਂ ਬਾਰੇ ਪਤਾ, ਪਰ ਆਪਣੇ ਜਿਹੜੇ ਵਿਊਅਰਸ ਆ ਨਾ, ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ। ਤਾਂ ਪਲੀਜ਼ ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਇੰਟਰੋਡਕਸ਼ਨ ਦਿਓ। ਜ਼ਰੂਰ ਜੀ। ਥੈਂਕ ਯੂ ਹਰਪ੍ਰੀਤ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਐਂਡ ਯੈਸ, ਮੇਰਾ ਨਾਂ ਨੈਬ ਸਿੰਘ ਤੇ ਵੈਂਕੂਵਰ ਏਰੀਆ ਦੇ ਵਿੱਚ ਮੈਂ ਹੈਗਾ, ਵੈਂਕੂਵਰ BC ਦੇ ਵਿੱਚ। ਮੇਨ ਕੰਮ ਮੇਰਾ ਰੀਅਲਟਰ ਦਾ ਹੈ ਜੀ। ਆਈ ਹੈਲਪ ਮਾਈ ਕਲਾਇੰਟਸ ਬਾਏ ਐਂਡ ਸੈਲ देयर ਪ੍ਰੋਪਰਟੀਜ਼। ਮੋਸਟਲੀ ਇਨਵੈਸਟਰ ਕਲਾਇੰਟਸ ਦੇ ਨਾਲ ਮੈਂ ਕੰਮ ਕਰਦਾ, ਫਰਸਟ ਟਾਈਮ ਹੋਮ ਬਾਇਰਸ ਦੇ ਨਾਲ ਵੀ ਕਰਦੇ ਹਾਂ, ਪਰ ਮੇਰਾ ਮੇਨ ਟਾਰਗੇਟ ਜਾਂ ਜਿਹੜਾ ਮੇਨ ਕਲਾਇੰਟਲ ਹੈਗਾ, ਦੇ ਆਰ ਇਨਵੈਸਟਰ ਕਲਾਇੰਟਸ। ਐਂਡ ਆਈਵ ਬੀਨ ਡੂਇੰਗ ਦਿਸ ਫॉर ਆਲਮੋਸਟ ਅਬਾਊਟ 10 years ਨਾਓ। 10 ਸਾਲ ਹੋ ਚੁੱਕੇ ਨੇ ਓਵਰਆਲ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ ਮੈਨੂੰ। ਐਂਡ ਇਟਸ ਗੋਇੰਗ ਗੁੱਡ। ਤੇ ਨਾਲ ਦੀ ਨਾਲ ਮੈਂ ਟਰਾਈ ਕਰਦਾ ਹੁੰਦਾ ਵੀ ਥੋੜ੍ਹਾ ਬਹੁਤਾ ਸੋਸ਼ਲ ਮੀਡੀਆ ਦੇ ਉੱਤੇ ਹੋਰਾਂ ਨੂੰ ਵੀ ਦੱਸ ਸਕਾਂ ਵੀ ਕਿੱਦਾਂ ਆਪਣੀ ਲਾਈਫ ਨੂੰ ਤੁਸੀਂ ਇੰਪਰੂਵ ਕਰ ਸਕਦੇ ਹੋ, ਬੈਟਰ ਕਰ ਸਕਦੇ ਹੋ। ਤੇ ਜੇ ਕੋਈ ਸਾਡੇ ਕੋਲੋਂ ਸਿੱਖ ਕੇ ਮਾੜਾ ਮੋਟਾ ਆਪਣੀ ਲਾਈਫ ਦੇ ਵਿੱਚ ਕੋਈ ਚੇਂਜ ਕਰਕੇ ਉਹਨੂੰ ਬੈਟਰ ਕਰ ਸਕੇ, ਸੋ ਆਈ ਥਿੰਕ ਦੈਟਸ ਦ ਬੈਸਟ ਥਿੰਗ। ਆਈ ਐਮ ਐਗਜ਼ਾਮਪਲ ਆਫ ਵਨ ਆਫ ਦੋਜ਼ ਪੀਪਲ। ਥੈਂਕ ਯੂ ਹਰਪ੍ਰੀਤ, ਅਪਰੀਸ਼ੀਏਟ ਇਟ। ਥੈਂਕ ਯੂ, ਇਟਸ ਓਕੇ। ਤਾਂ ਮੈਨੂੰ ਤੁਸੀਂ ਇੱਦਾਂ ਦੱਸੋ ਕਿ ਚਲੋ ਤੁਸੀਂ ਰੀਅਲਟਰ ਹੋ, ਰਾਈਟ? ਤਾਂ ਜੀ, ਇਹ ਕੰਮ ਤੁਸੀਂ ਸਟਾਰਟ ਕਿੱਦਾਂ ਕੀਤਾ? ਤੁਹਾਡੇ ਦਿਮਾਗ 'ਚ ਆਈਡੀਆ ਕਿੱਥੋਂ ਆਇਆ, ਜਾਂ ਤੁਹਾਡਾ ਪੈਸ਼ਨ ਕਦੋਂ ਬਣਿਆ, ਕਦੋਂ ਪ੍ਰੋਫੈਸ਼ਨਲ ਲਾਈਫ 'ਚ ਆਏ ਤੁਸੀਂ? ਟੋਟਲੀ। ਯਾ ਸੋ ਤਕਰੀਬਨ 10 ਕੁ ਸਾਲ ਪਹਿਲਾਂ ਹਰਪ੍ਰੀਤ ਮੈਂ ਬੁੱਕ ਪੜ੍ਹੀ ਸੀਗੀ, ਰਿਚ ਡੈਡ ਪੂਅਰ ਡੈਡ ਬਾਏ ਰੋਬਰਟ ਕਿਯੋਸਾਕੀ। ਉਸ ਬੁੱਕ ਨੇ ਮੇਰੀ ਲਾਈਫ, ਮੇਰੀ ਸੋਚ, ਮੇਰਾ ਮਾਈਂਡਸੈਟ ਇੱਕਦਮ ਜਿਹੜਾ ਆ ਜਿਵੇਂ ਕਹਿ ਲਓ ਇੱਕਦਮ ਟਰਨ ਅਰਾਊਂਡ ਕਰਤਾ ਸਾਰਾ ਕੁਝ। ਆਫਟਰ ਰੀਡਿੰਗ ਦੈਟ ਬੁੱਕ, ਆਈ ਵਾਸ ਨੈਵਰ ਓਕੇ, ਅ ਬਿਗ ਰੀਡਰ ਬਿਫੋਰ ਰੀਡਿੰਗ ਦੈਟ ਬੁੱਕ, ਬਟ ਉਹ ਇੱਕ ਬੁੱਕ ਇਹੋ ਜਿਹੀ ਹੈ ਜਿਹਨੇ ਮੇਰੀ ਜ਼ਿੰਦਗੀ 'ਚ ਮੇਰੀ ਸੋਚ ਕੰਪਲੀਟਲੀ ਚੇਂਜ ਕਰਤੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਕਰ ਰਹੇ ਹਾਂ ਤੇ ਕਿਵੇਂ ਕਰਨਾ ਚਾਹੀਦਾ। ਉਸ ਤੋਂ ਬਾਅਦ ਰੀਅਲ estate ਦੇ ਵਿੱਚ ਮੇਰਾ ਇੰਟਰਸਟ ਬਣਿਆ about ਓਕੇ, buying and investing. So I started as an investor. ਪੁਰਾਣੇ ਘਰ ਲੈ ਕੇ ਉਹਨਾਂ ਨੂੰ ਫਿਕਸ ਐਂਡ ਫਲਿਪ ਕਰਨਾ, ਐਂਡ ਦੈਨ ਆਈ ਸਟਾਰਟਡ ਇਨਵੈਸਟਿੰਗ ਇਨ ਦੀ ਮਲਟੀ ਫੈਮਿਲੀ, ਜਿਵੇਂ ਆਪਣੀ ਅਪਾਰਟਮੈਂਟ ਬਿਲਡਿੰਗਸ ਵਗੈਰਾ ਹੁੰਦੀਆਂ ਨੇ। ਐਂਡ ਦੈਨ ਹਾਂਜੀ, ਵਾਈਲ ਡੂਇੰਗ ਦੈਟ, ਸੋ ਰੀਅਲਟਰਸ ਦੇ ਨਾਲ ਡੇਲੀ ਸਾਡਾ ਜਿਵੇਂ ਮਿਲਣਾ ਕਰਨਾ ਹੁੰਦਾ ਸੀਗਾ, ਦੈਨ ਆਈ ਥਾਟ ਮਾਈਟ ਐਸ ਵੈਲ ਗੈਟ ਮਾਈ ਰੀਅਲਟਰਸ ਲਾਇਸੈਂਸ। ਤੇ ਉਹਦੇ ਨਾਲ ਫਿਰ ਰੀਅਲਟਰ ਦਾ ਲਾਇਸੈਂਸ ਲੈ ਲਿਆ ਥੋੜ੍ਹੇ ਟਾਈਮ ਬਾਅਦ। ਤੇ ਹੌਲੀ-ਹੌਲੀ ਫਿਰ ਆਈ ਸਟਾਰਟਡ ਇਨਵੋਲਵਿੰਗ ਇਨ ਦਾ ਵਾਈਲ ਇਨਵੈਸਟਿੰਗ ਮਾਈਸੈਲਫ, ਤੇ ਨਾਲ ਦੀ ਨਾਲ ਦੂਸਰੇ ਲੋਕਾਂ ਨੂੰ ਆਮ ਸਟਾਰਟਡ ਹੈਲਪਿੰਗ them building their real estate portfolio, building their wealth through the real estate.
ਓਕੇ। ਅਗਰ ਅਗਰ ਆਪਾਂ ਗੱਲ ਕਰੀਏ ਕਿ ਉਹ ਤੁਸੀਂ ਬੁੱਕ ਰੀਡ ਕੀਤੀ ਆ, ਮੈਂ ਤਾਂ ਬੁੱਕ ਰੀਡ ਕੀਤੀ ਨੂੰ ਹਲੇ ਹੋਏ ਆ 1-2 ਸਾਲ ਹੀ ਹੋਇਆ, ਪਰ ਜੀ। ਤੁਸੀਂ 10 ਸਾਲ ਪਹਿਲਾਂ ਬੁੱਕ ਰੀਡ ਕੀਤੀ ਸੀ। ਹੂੰ, ਹਾਲਾਂਕਿ ਆਪਣੇ ਦੋਨਾਂ 'ਚ ਡਿਫਰੈਂਸ ਤੁਹਾਨੂੰ ਮੈਂ ਦੱਸਾਂ ਕੀ ਹੋਇਆ? ਤੁਸੀਂ ਹਾਂਜੀ, ਉਹ ਬੁੱਕ ਰੀਡ ਕੀਤੀ, ਤੁਸੀਂ ਬੁੱਕ ਨੂੰ ਰੀਡ ਕਰਕੇ ਉਹਨੂੰ ਐਕਸ਼ਨ ਦੇ ਵਿੱਚ ਕਨਵਰਟ ਕਰਤਾ, ਇੰਪਲੀਮੈਂਟ ਕੀਤਾ, ਯੈਸ, ਇੰਪਲੀਮੈਂਟ ਕਰਤਾ, ਰਾਈਟ? ਯੈਸ, ਤਾਂ ਤੁਸੀਂ ਅੱਜ ਇਸ ਪੋਜੀਸ਼ਨ ਤੇ ਬੈਠੇ ਹੋ। ਮੈਂ ਉਹ ਹੂੰ, ਬੁੱਕ ਜ਼ਰੂਰ ਰੀਡ ਕੀਤੀ ਆ, ਮੈਂ ਉਹ ਤੋਂ ਸਾਰੀਆਂ ਚੀਜ਼ਾਂ ਨੂੰ ਲੈਤਾ, ਪਰ ਮੈਨੂੰ ਹੋਰ ਤਰ੍ਹਾਂ ਅਪਲਾਈ ਕੀਤਾ ਕਿ ਹਾਂ, ਹੂੰ, ਮੈਨੂੰ ਅੱਗੇ ਲਾਈਫ ਦੇ ਵਿੱਚ ਕੀ-ਕੀ ਚੀਜ਼ਾਂ ਜਾ ਕੇ ਨਹੀਂ ਕਰਨੀਆਂ। ਯੈਸ, ਪਰ ਤੁਸੀਂ ਜਿਹੜਾ ਉਹਨੇ ਰੋਬਰਟ ਨੇ ਕੰਮ ਕੀਤਾ, ਤੁਸੀਂ ਉਹਨੂੰ ਇੰਪਲੀਮੈਂਟ ਕਰਤਾ ਲਾਈਫ ਦੇ ਵਿੱਚ। ਦੈਟ ਇਜ਼ ਅ ਰੀਅਲੀ, ਰੀਅਲੀ ਗੁੱਡ ਥਿੰਗ। ਤਾਂ ਹਰ ਇੱਕ ਦਾ ਦਿਮਾਗ ਅਲੱਗ-ਅਲੱਗ ਚੱਲਦਾ। ਟੋਟਲੀ, ਤਾਂ ਬਹੁਤ-ਬਹੁਤ ਚੰਗਾ ਲੱਗਿਆ ਤੁਹਾਡੀ ਉਹ ਗੱਲ ਸੁਣ ਕੇ। ਥੈਂਕ ਯੂ। ਤਾਂ ਵੀਰੇ ਤੁਸੀਂ ਇੱਥੇ ਕੈਨੇਡਾ 'ਚ ਕਦੋਂ ਆਏ ਸੀ ਬਾਏ ਦ ਵੇ? ਮੈਨੂੰ ਤਕਰੀਬਨ 20 ਕੁ ਸਾਲ 20-22 ਸਾਲ ਹੋ ਗਏ ਨੇ, ਅਰਾਊਂਡ 2000 ਦੇ ਵਿੱਚ ਮੈਂ ਆਇਆ ਸੀਗਾ, 2000 ਦੀ ਸਟਾਰਟਿੰਗ ਜਿਹਦੇ ਵਿੱਚ, ਤੇ ਤਕਰੀਬਨ ਓਕੇ, 22 ਇਅਰਸ ਹੋ ਗਏ ਨੇ। ਓਕੇ। ਤਾਂ ਫਿਰ ਆਪਾਂ ਉਸ ਟਾਈਮ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਤਾਂ ਇਜ਼ ਇਟ ਓਕੇ? ਯਾ ਐਬਸੋਲੂਟਲੀ। ਸੋ 20-22 ਸਾਲ ਪਹਿਲਾਂ ਸਰੀ ਜਿੱਥੇ ਮੈਂ ਆਇਆ ਸੀਗਾ ਕੁਆਈਟ ਡਿਫਰੈਂਟ। ਓਕੇ, ਇੰਨਾ ਸੈਚੂਰੇਟਡ ਨਹੀਂ ਸੀਗਾ। ਆਪਣੇ ਲੋਕ ਹੈਗੇ ਸੀਗੇ, ਹਾਂਜੀ, ਪਰ ਇੰਨੇ ਜ਼ਿਆਦਾ ਨਹੀਂ। ਉਸ ਵੇਲੇ ਤੱਕ ਹਾਲੇ ਤੱਕ ਵੀ ਆਪਣੇ ਕਾਫ਼ੀ ਲੋਕ ਜਿਹੜੇ ਨੇ BC ਦੇ ਛੋਟੇ-ਛੋਟੇ ਪਿੰਡਾਂ 'ਚ ਸੀਗੇ। ਮੋਸਟਲੀ ਲੋਕ ਜਿਹੜੇ ਨੇ ਲੰਬਰ ਮਿੱਲਾਂ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਉਸ ਵੇਲੇ, ਕਿਉਂਕਿ ਲੰਬਰ ਮਿੱਲ ਕਾਫ਼ੀ ਉਸ ਵੇਲੇ ਹੈਗੀਆਂ ਸੀਗੀਆਂ। ਓਕੇ, ਸੋ ਇੱਕ ਤਾਂ ਟੈਕਨੋਲੋਜੀ ਮਤਲਬ ਆਬਵੀਅਸਲੀ 20 ਸਾਲ ਪਹਿਲਾਂ ਟੈਕਨੋਲੋਜੀ ਹੈ, ਜਿਹੜੇ ਕੰਮ-ਕਾਰ ਅੱਜ ਸਾਡੇ ਕੋਲ ਹੈਗੇ ਨੇ, Zoom ਵਗੈਰਾ ਜਿਨ੍ਹਾਂ ਤੇ ਆਪਾਂ ਜਾਂ ਜੋ ਅੱਜ ਕਰ ਰਹੇ ਹਾਂ, ਇਹ 20 ਸਾਲ ਪਹਿਲਾਂ ਅਵੇਲੇਬਲ ਨਹੀਂ ਸੀਗਾ। ਉਸ ਵੇਲੇ ਮਿਹਨਤ ਕਰਨ ਦੇ ਕੰਮ ਜਾਂ ਪੈਸਾ ਕਮਾਉਣ ਦੇ ਢੰਗ ਤਰੀਕੇ ਅੱਡ ਹੁੰਦੇ ਸੀਗੇ, ਜਿਹੜੇ ਅੱਜ ਵੀ ਹੈਗੇ ਨੇ। ਬਟ ਹਾਂਜੀ, ਆਬਵੀਅਸਲੀ ਓਵਰ ਦਾ ਟਾਈਮ ਥਿੰਗਸ ਹੈਵ ਚੇਂਜਡ ਸੋ ਮਚ। ਐਗਜ਼ੈਕਟਲੀ, ਤੇ ਲਾਈਫ ਜੇ ਗੱਲ ਕਰੀਏ ਤਾਂ 20 ਸਾਲ ਪਹਿਲਾਂ ਵੀ ਔਖੀ ਸੀ, ਅੱਜ ਵੀ ਔਖੀ ਹੈ, ਰਾਈਟ? ਓਕੇ, ਐਜ਼ ਅ ਰੀਅਲ estate ਪਰਸਪੈਕਟਿਵ ਦੇ ਨਾਲ ਗੱਲ ਕਰਾਂ ਤੇ ਜਿਵੇਂ ਲੋਕ ਕਹਿੰਦੇ ਨੇ ਵੀ ਅੱਜ ਘਰ ਲੈਣਾ ਬਹੁਤ ਔਖਾ ਹੈ, ਅੱਜ ਤੋਂ 20 ਸਾਲ ਪਹਿਲਾਂ ਵੀ ਇੰਨਾ ਹੀ ਔਖਾ ਸੀਗਾ। ਹਾਂ, ਅੱਜ-ਕੱਲ੍ਹ ਥੋੜ੍ਹਾ ਜਿਹਾ ਜ਼ਿਆਦਾ ਔਖਾ ਹੋ ਗਿਆ ਕਿ ਥਿੰਗਸ ਆਰ ਡਿਫਰੈਂਟ, ਬਟ ਯਾਹ, ਇਟ ਵਾਸ ਨੈਵਰ ਈਜ਼ੀ। ਓਕੇ, ਯਾ ਓਕੇ। ਠੀਕ ਹੈ। ਚਲੋ ਇਹ ਵੀ ਗੱਲ ਠੀਕ ਆ, ਪਰ ਉਦੋਂ ਤੁਹਾਡੇ ਡਰੀਮ ਸੀਗੇ ਕੁਛ ਦਿਮਾਗ ਦੇ ਵਿੱਚ ਕਿ ਹਾਂ, ਏਦਾਂ-ਏਦਾਂ ਕੁਛ ਕਰਨਾ ਅੱਗੇ ਜਾ ਕੇ, ਮੈਂ ਏਦਾਂ ਕੋਈ ਪ੍ਰੋਗਰੈਸ ਕਰਨੀ ਆ, ਜਿਸ ਲੈਵਲ ਤੇ ਤੁਸੀਂ ਅੱਜ ਹੋ? ਏਦਾਂ ਹੁੰਦਾ ਡਰੀਮ ਤਾਂ ਮੈਨੂੰ ਲੱਗਦਾ ਹਰਪ੍ਰੀਤ ਸਾਰਿਆਂ ਦੇ ਹੁੰਦੇ ਨੇ। ਮੈਨੂੰ ਲੱਗਦਾ ਆਪਾਂ ਹਾਂਜੀ, ਕਿਸੇ ਨੂੰ ਵੀ ਸਟਰੀਟ ਤੋਂ ਖੜ ਕੇ ਪੁੱਛ ਲਈਏ ਕਿ ਡੂ ਯੂ ਹੈਵ ਐਨੀ ਡਰੀਮਸ ਲਾਈਕ ਡੂ ਯੂ ਵਾਂਨਾ ਬਿਕਮ ਰਿਚ, ਫੇਮਸ, ਹੈਲਥੀ ਐਂਡ ਵੈਲਥੀ ਆਲ ਦੈਟ ਐਵਰੀਬਾਡੀ ਇਜ਼ ਗੋਨਾ ਸੇ ਯੈਸ, ਸਾਰੇ ਕਹਿੰਦੇ ਹੂੰ, ਨੇ। ਹੂੰ, ਸੋ ਡਰੀਮ ਤਾਂ ਸਾਰਿਆਂ ਦੇ ਹੁੰਦੇ ਨੇ, ਆਬਵੀਅਸਲੀ ਮੇਰੇ ਵੀ ਹੈਗੇ ਸੀਗੇ, ਪਰ ਉਹਨਾਂ ਹਾਂਜੀ, ਡਰੀਮਸ ਨੂੰ ਆਪਾਂ ਜਿਵੇਂ ਰਿਐਲਿਟੀ ਦੇ ਵਿੱਚ ਕਿੱਦਾਂ ਬਦਲਣਾ ਹੈ, ਉਹਦਾ ਪਲਾਨ ਨਹੀਂ ਸੀਗਾ। ਕਿਵੇਂ ਚੇਂਜ ਓਕੇ, ਕਰਨਾ ਹੈ, ਪਹਿਲਾ ਡਰੀਮ ਤਾਂ ਕੈਨੇਡਾ ਆਉਣ ਦਾ ਸੀ, ਜਿਹੜਾ ਸਾਰਿਆਂ ਦਾ ਹੁੰਦਾ, ਜਿਹੜਾ ਸਾਰਿਆਂ ਦਾ ਸਾਰਾ ਪੂਰਾ ਹੋ ਗਿਆ, ਅਸੀਂ ਇੱਥੇ ਪਹੁੰਚ ਹਾਂਜੀ, ਗਏ। ਪਰ ਹਾਂਜੀ, ਇੱਥੇ ਪਹੁੰਚਣ ਤੋਂ ਬਾਅਦ ਆਪਣੀ ਲਾਈਫ ਨੂੰ ਨੈਕਸਟ ਲੈਵਲ ਤੇ ਕਿੱਦਾਂ ਲੈ ਕੇ ਜਾਣਾ, ਉਹਦਾ ਪਲਾਨ ਨਹੀਂ ਸੀਗਾ। ਉਹ ਪਲਾਨ ਕਰਦੇ ਨੂੰ ਮੈਨੂੰ ਪਹਿਲੇ 10 ਸਾਲ ਲੱਗ ਗਏ ਜ਼ਿੰਦਗੀ ਦੇ। ਓਕੇ। 10 ਸਾਲ ਤੁਹਾਨੂੰ ਉਹ ਪਲਾਨ ਕਰਦੇ ਹੋਏ ਲੱਗੇ। ਕਿਉਂਕਿ ਉਸ ਓਕੇ, ਵੇਲੇ 2-4 ਚੀਜ਼ਾਂ ਹੁੰਦੀਆਂ ਸੀ। ਅੱਜ-ਕੱਲ੍ਹ ਹਰਪ੍ਰੀਤ ਤੁਹਾਡੇ ਕੋਲ ਬਹੁਤ ਜ਼ਿਆਦਾ ਐਡਵਾਂਟੇਜ ਹੈਗੀ ਹੈ ਇੰਟਰਨੈਟ ਦੀ। ਉਹਨਾਂ ਦਿਨਾਂ ਦੇ ਵਿੱਚ ਇੰਟਰਨੈਟ ਇੰਨਾ ਫੇਮਸ ਨਹੀਂ ਸੀਗਾ ਅੱਜ ਤੋਂ 20 ਸਾਲ ਪਹਿਲਾਂ। ਕੰਪਿਊਟਰ ਹਾਂਜੀ, ਇੰਨੇ ਆਮ ਨਹੀਂ ਸੀ ਹੁੰਦੇ। ਉਸ ਹੂੰ, ਵੇਲੇ ਤੁਸੀਂ ਅੱਜ-ਕੱਲ੍ਹ ਜੋ ਅਸੀਂ ਪੋਡਕਾਸਟ ਕਹਿੰਦੇ ਆ ਜਾਂ ਆਡੀਬਲ ਤੇ ਬੁੱਕਾਂ ਸੁਣ ਲੈਂਦੇ ਆ, ਜਾਂ ਤੁਸੀਂ ਬਿਨਾਂ ਕਿਸੇ ਨੂੰ ਮਿਲੇ ਆਪਣਾ ਮੈਂਟਰ ਬਣਾ ਕੇ ਉਹਦੇ ਕੋਲੋਂ ਚੀਜ਼ਾਂ ਸਿੱਖਣੀਆਂ ਸ਼ੁਰੂ ਕਰ ਦਿੰਦੇ ਹੋ, ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਉਸ ਵੇਲੇ ਥੋੜ੍ਹਾ ਸਰਕਲ ਬਹੁਤ ਛੋਟਾ ਹੁੰਦਾ ਸੀਗਾ। ਯੈਸ, ਯੈਸ, ਰਾਈਟ? ਸੋ ਐਗਜ਼ੈਕਟਲੀ, ਅੱਜ-ਕੱਲ੍ਹ ਟੈਕਨੋਲੋਜੀ ਦੇ ਟਾਈਮ ਦੇ ਨਾਲ ਜੋ ਮੈਨੂੰ 10 ਸਾਲ ਲੱਗੇ ਕਰਨ ਦੇ ਵਿੱਚ, ਹੋ ਸਕਦਾ ਹੈ ਤੁਸੀਂ ਉਹ ਅਗਲੇ 4 ਸਾਲਾਂ 'ਚ ਕਰ ਜਾਓ ਇਫ ਯੂ ਰੀਅਲੀ ਵਾਂਨਾ ਡੂ ਇਟ। ਬਿਕੋਜ਼ ਅੱਜ-ਕੱਲ੍ਹ ਜਿਹੜੇ ਰਿਸੋਰਸਿਸ ਹੈਗੇ ਨੇ, ਜਿੰਨੀ ਐਡਵਾਂਟੇਜ ਤੁਸੀਂ ਲੈ ਸਕਦੇ ਹੋ ਟੈਕਨੋਲੋਜੀ ਦੀ, ਇਟ ਕੈਨ ਹਾਂਜੀ। ਰੀਅਲੀ ਟੇਕ ਯੂ ਟੂ ਦ ਨੈਕਸਟ ਲੈਵਲ ਵਿਦਿਨ ਅ ਵੈਰੀ ਸ਼ਾਰਟ ਪੀਰੀਅਡ ਆਫ ਟਾਈਮ। ਦੈਟਸ ਰਾਈਟ, ਦੈਟਸ ਰਾਈਟ। ਐਗਜ਼ੈਕਟਲੀ, ਪਰ ਅਗਰ ਤੁਸੀਂ ਉਹ ਬੁੱਕ ਤੋਂ ਇੰਨਾ ਕੁਛ ਕਰ ਸਕਦੇ ਹੋ, ਤਾਂ ਸਾਨੂੰ ਵੀ ਮੈਨੂੰ ਤੁਹਾਨੂੰ ਦੇਖ ਕੇ ਇੰਸਪੀਰੇਸ਼ਨ ਮਿਲੀ ਮੈਨੂੰ ਪਹਿਲਾਂ ਵੀ ਇੰਸਪਾਇਰ ਹੁੰਦਾ ਬਾਏ ਦ ਵੇ, ਤਾਂ ਹੁਣ ਤਾਂ ਤੁਹਾਨੂੰ ਪਤਾ ਹੀ ਹੈ, ਰਾਈਟ? ਪਰ ਆਪਾਂ ਅਗਰ ਤੁਸੀਂ ਵੀ ਇਹ ਬੁੱਕ ਨੂੰ ਰੀਡ ਕਰਨਾ ਚਾਹੁੰਦੇ ਹੋ, ਤਾਂ ਆਈ ਵਿਲ ਗਿਵ ਯੂ ਅ ਪਿਕਚਰ ਐਜ਼ ਵੈਲ ਐਜ਼ ਲਿੰਕ ਬਿਲੋ ਇਨ ਦ ਡਿਸਕ੍ਰਿਪਸ਼ਨ ਆਫ ਦੈਟ ਬੁੱਕ, ਤਾਂ ਤੁਸੀਂ ਇਹ ਵੀ ਉਹਨਾਂ ਨੂੰ ਜਾ ਕੇ ਰਾਈਟ ਬੁੱਕ ਨੂੰ ਰੀਡ ਐਬਸੋਲੂਟਲੀ, ਕਰ ਯੈਸ। ਸਕਦੇ ਆ। ਯਾ ਮੈਨੂੰ ਲੱਗਦਾ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਹੈ, ਚਾਹੇ ਤੁਸੀਂ ਰੀਅਲਟਰ ਬਣਨਾ ਹੈ, ਚਾਹੇ ਨਹੀਂ ਬਣਨਾ। ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਜਿੱਥੇ ਹੈਗੇ ਹੋ, ਉਸ ਲੈਵਲ ਹਾਂਜੀ। ਤੋਂ ਨੈਕਸਟ ਲੈਵਲ ਤੇ ਜਾਣਾ ਚਾਹੁੰਦੇ ਹੋ, ਰਿਚ ਡੈਡ ਪੂਅਰ ਡੈਡ ਬਾਏ ਰੋਬਰਟ ਕਿਯੋਸਾਕੀ ਇਜ਼ ਡੈਫਿਨਿਟਲੀ ਗੋਨਾ ਹੈਲਪ ਯੂ। ਐਗਜ਼ੈਕਟਲੀ, ਐਗਜ਼ੈਕਟਲੀ, ਐਗਜ਼ੈਕਟਲੀ। ਚਲੋ ਇਹ ਤਾਂ ਹੋ ਗਈ ਤੁਹਾਡੀ ਥੋੜ੍ਹੀ ਪਹਿਲਾਂ ਵਾਲੀ ਲਾਈਫ ਦੀ ਗੱਲ ਤੇ ਥੋੜ੍ਹੀ ਜਿਹੀ ਹੁਣ ਵਾਲੀ ਗੱਲ ਲਾਈਫ ਦੀ ਗੱਲ। ਜੀ। ਹੁਣ ਆਪਾਂ ਇੱਕ ਚੱਲਦੇ ਹਾਂ ਇੰਟਰਨੈਟ ਸਿਸਟਮ, ਰਾਈਟ? ਜਿਹੜਾ ਹੂੰ, ਹੂੰ। ਤੁਸੀਂ ਅੱਜ-ਕੱਲ੍ਹ ਜਿੱਥੇ ਤੁਸੀਂ ਬਹੁਤ ਜ਼ਿਆਦਾ ਪੋਪੂਲਰ ਹੋ ਰਹੇ ਹੋ, ਤਾਂ ਜਿੱਥੋਂ ਮੈਂ ਤੁਹਾਡੇ ਤੋਂ ਉਹ ਹੋਇਆ, ਜੀ। ਅਟਰੈਕਟ ਹੋਇਆ, ਰਾਈਟ? ਹੂੰ, ਹੂੰ। ਤਾਂ ਉਸ ਬਾਰੇ ਗੱਲ ਕਰਦੇ ਹਾਂ ਕਿ ਤੁਸੀਂ ਹਾਊ ਯੂ ਲਾਈਕ ਸਟਾਰਟਡ ਕ੍ਰੀਏਟਿੰਗ ਕੰਟੈਂਟ ਆਨਲਾਈਨ, ਮਤਲਬ ਤੁਹਾਡਾ ਉਹ ਆਈਡੀਆ ਕਿੱਥੋਂ ਆਇਆ ਤੁਹਾਨੂੰ? ਮੈਨੂੰ ਔਨਲਾਈਨ ਜਾਂ ਸੋਸ਼ਲ ਪਲੇਟਫਾਰਮ ਯੂਜ਼ ਕਰਦੇ ਨੂੰ ਬੜਾ ਟਾਈਮ ਨਹੀਂ ਹੋਇਆ। ਹਾਂਜੀ, ਆਈ ਵਾਸ ਵੈਰੀ ਰੂਕੀ ਐਟ ਦ ਸੋਸ਼ਲ ਪਲੇਟਫਾਰਮ ਐਂਡ ਆਈ ਵਾਸ ਨੈਵਰ ਇਨ ਫੇਵਰ ਆਫ ਯੂਜ਼ਿੰਗ ਪਲੇਟਫਾਰਮਸ, ਜਿਹੜੇ ਸੋਸ਼ਲ ਪਲੇਟਫਾਰਮ ਹੈਗੇ ਨੇ। ਹਾਂਜੀ। 1 ਸਾਲ ਪਹਿਲਾਂ ਤੱਕ ਮੇਰਾ ਕੋਈ ਮਤਲਬ ਦਿਲਚਸਪੀ ਨਹੀਂ ਸੀਗੀ। ਮੇਰੇ ਫੇਸਬੁੱਕ ਵੀ ਤੁਸੀਂ ਜੇ ਪੁਰਾਣੀ ਜਾ ਕੇ ਦੇਖਿਓ, ਕਿਧਰੇ ਦੇਖੋ, ਮੈਂ ਬਾਹਲਾ ਐਕਟਿਵ ਨਹੀਂ ਸੀਗਾ। ਹੂੰ, ਹੂੰ। ਪਰ ਇੱਕ ਗੱਲ ਹੈਗੀ ਆ, ਉਹ ਕਹਿੰਦੇ ਜੇਕਰ ਤੁਸੀਂ ਸਮੇਂ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਚੇਂਜ ਨਹੀਂ ਕਰੋਗੇ ਤਾਂ ਤੁਸੀਂ ਪਿੱਛੇ ਰਹਿ ਜਾਓਗੇ। ਐਗਜ਼ੈਕਟਲੀ,
ठीक है? Exactly. So Yeah. looking into that, but looking from that perspective, you know what, one day I just thought कि पता ਕੀ ਆਪਾਂ ਨੂੰ ਕਰਨਾ ਪੈਣਾ ਹੈ, ਜੇ ਨਹੀਂ ਕਰਾਂਗੇ ਤਾਂ ਠੀਕ ਹੈ, short term we are doing good, you know, we are making money, everything is good, but if you want to stay Mhm. in the business for long term, and if you want to get in front of more people, so social Yeah. media is the only platform that we got to get in. Right? Exactly. ਹੁਣ ਦੇਖੋ ਤੁਸੀਂ, ਹੁਣ ਟੋਰਾਂਟੋ ਚੋਂ ਆ ਗਏ, ਮੈਂ ਵੈਂਕੂਵਰ ਦੇ ਵਿੱਚ ਆ, ਜੇ ਮੈਂ ਸੋਸ਼ਲ ਮੀਡੀਆ ਤੇ ਨਾ ਹੁੰਦਾ, ਆਪਾਂ ਕਦੀ ਵੀ ਲਾਈਫ ਦੇ ਵਿੱਚ ਮੈਨੂੰ ਲੱਗਦਾ ਨਹੀਂ ਸੀ ਮਿਲਣਾ ਹੈਗਾ। 4000 ਕਿਲੋਮੀਟਰ ਪਹਿਲਾਂ ਤਾਂ ਆਪਾਂ ਨੂੰ ਡਿਸਾਈਡ ਕਰਨਾ ਪੈਂਦਾ ਕਿ ਉੱਥੇ ਆਉਣਾ ਕਿੱਦਾਂ, ਆਪਣੇ ਥੋੜ੍ਹਾ ਜਿਹਾ Exactly. ਸ਼ਡਿਊਲ ਮੈਚ ਕਰਨੇ ਪੈਣੇ ਸੀਗੇ, ਤਾਂ ਬਹੁਤ ਜ਼ਿਆਦਾ ਸੀ, ਰਾਈਟ? Yes. ਹੂੰ। ਤਾਂ ਵੀਰੇ ਜਦੋਂ ਤੁਸੀਂ, ਚਲੋ ਮੰਨ ਲਓ ਤੁਸੀਂ ਕੰਟੈਂਟ ਬਣਾਉਣਾ ਸਟਾਰਟ ਕੀਤਾ, ਉਦੋਂ ਬਾਅਦ ਤੁਹਾਨੂੰ ਮਤਲਬ ਕੁਛ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਤੁਸੀਂ ਪਹਿਲਾਂ ਕਦੇ ਵੀ ਕੰਟੈਂਟ ਨਹੀਂ ਬਣਾਇਆ ਸੀ, ਤੁਸੀਂ ਇੱਕਦਮ ਆਪਣੀ ਲਾਈਫ ਨੂੰ ਇੱਕ ਬਹੁਤ ਵੱਡਾ ਸ਼ਿਫਟ ਦੇਣਾ ਡਿਸਾਈਡ ਕੀਤਾ, ਤੇ Yes. ਤੁਸੀਂ ਕੀ ਚੇਂਜਸ ਫੀਲ ਕਰ ਰਹੇ ਹੋ ਉਸ ਟਾਈਮ ਦੇ ਵਿੱਚ ਉੱਤੇ ਤੇ ਹੁਣ? ਮਤਲਬ ਕੀ ਚੇਂਜਸ ਸੀਗੇ ਜਿਹੜੇ ਤੁਹਾਨੂੰ ਸਾਹਮਣਾ ਕਰਨਾ ਪਿਆ? Like ਇਟ when ਕੁਡ you ਬੀ say ਐਨੀਥਿੰਗ। ਓਕੇ, ਚੇਂਜਸ, ਦੋ ਚੇਂਜਸ ਨੇ। ਇੱਕ ਤਾਂ ਦ ਫਰਸਟ ਚੇਂਜ ਆਈ ਥਿੰਕ ਜਿਹੜੀ ਮੈਨੂੰ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਦਿਖਦੀ ਹੈ, ਆਈ ਫੀਲ ਹਾਂਜੀ। lot easier, I mean lot easier talking to camera, lot easier talking to people now, because it definitely have sharpened my communication skills, ਲੋਕਾਂ ਦੇ ਨਾਲ ਗੱਲ ਕਰਨ ਦਾ, ਆਪਣੀ ਸੋਚ ਨੂੰ ਲੋਕਾਂ ਦੇ ਅੱਗੇ ਰੱਖਣ ਦਾ, ਜਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦਾ ਇੱਕ ਜਿਹੜਾ ਮੇਰੇ ਵਿੱਚ ਕੌਨਫੀਡੈਂਸ ਆਇਆ, ਆਈ ਥਿੰਕ ਦਾ ਸੋਸ਼ਲ ਮੀਡੀਆ ਹੈਜ਼ played a huge role into that. And ਜੇ ਬਿਜ਼ਨਸ ਦੇ ਹਿਸਾਬ ਦੇ ਨਾਲ ਦੇਖੀਏ, so I have, like, you know, grown my business like 3 folds just because of social media. ਆਲਰਾਈਟ, So the ਓਕੇ। deals and ਜਿਹੜੇ ਮੈਂ ਡੀਲਾਂ ਪਹਿਲਾਂ ਕਰ ਰਿਹਾ ਸੀ ਸੋਸ਼ਲ ਮੀਡੀਆ ਤੋਂ ਪਹਿਲਾਂ, ਉਹ ਤਾਂ still they're still happening, the traditional ways we do our, you know, business, door knocking, yeah, paid advertisement and stuff. But Yeah. just getting on the social media, just putting the content out there, becoming a content creator alongside a realtor, is definitely had paid me, like, you know, many times more. ਆਲਰਾਈਟ, ਸੋ ਮੈਂ ਤੁਹਾਡੀ ਗੱਲ ਦੇ ਵਿੱਚੋਂ ਹੀ ਇੱਕ ਗੱਲ ਚੁੱਕੂੰਗਾ। ਐਜ਼ ਜ਼ਰੂਰ। ਯੂ ਆਲਰੇਡੀ ਸੈਡ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਸ਼ਿਫਟ ਆਇਆ, ਤਾਂ ਉਹ ਸ਼ਿਫਟ ਕਿੱਦਾਂ ਕੌਨਫੀਡੈਂਸ ਲੈਵਲ ਦੇ ਵਿੱਚ ਆਇਆ, ਜਾਂ ਮਤਲਬ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਵੀ ਆਇਆ? ਹੁਣ ਮੈਂ ਤੁਹਾਡੇ ਇੱਦਾਂ ਦਾ ਕੁਛ ਪੁੱਛੂੰਗਾ ਜਿਹੜਾ ਕਿ ਮੋਸਟਲੀ ਲੋਕ ਦੱਸਦੇ ਨਹੀਂ, ਜਾਂ ਉਹਨਾਂ ਦਾ ਕਾਈਂਡ ਆਫ ਸੀਕ੍ਰੇਟ ਹੁੰਦਾ। No, no, ਤਾਂ go ahead, yeah. what is your secret ਕਿ ਅਗਰ ਤੁਸੀਂ ਇਹਨਾਂ ਨੇ ਵੀ ਨੋਟਿਸ ਕੀਤਾ ਹੋਗਾ, ਪਰ ਮੈਂ ਇਹ ਚੀਜ਼ ਹਰ ਵਾਰੀ ਨੋਟਿਸ ਕਰਦਾ ਕਿ you have something like kind of charisma that you have a little bit power kind of stuff that you can convince people easily. ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ, ਜਿੱਦਾਂ ਕਿ ਮੈਂ ਤੁਹਾਡੀ ਵੀਡੀਓਜ਼ ਦੇਖਦਾ ਤਾਂ ਮੈਂ ਇਨਫਲੂਐਂਸ ਹੋਇਆ, ਮੈਂ ਤੁਹਾਡੀਆਂ 2 ਵੀਡੀਓਜ਼ ਦੇਖੀਆਂ ਸੀ ਤੇ ਮੈਂ ਤੁਹਾਨੂੰ ਫੋਲੋ ਕਰਤਾ ਸੀ। Okay. ਤੋ where that come from? ਤਾਂ ਉਹ ਜਦੋਂ ਜਿਹੜੀ ਤੁਹਾਡੇ ਕੋਲ ਚੀਜ਼ ਆ, ਉਹਦਾ ਸੀਕ੍ਰੇਟ ਕੀ ਆ, ਕਿ ਟੈਕਟਿਕਸ ਕੀ ਯੂਜ਼ ਕਰਦੇ ਹੋ ਕਿ ਹਾਂ ਬੰਦੇ ਨੂੰ ਤੁਸੀਂ ਕਨਵਿੰਸ ਕਰ ਸਕੋ, ਚਾਹੇ ਉਹ ਰੀਅਲਟਰ ਦੀ ਲਾਈਫ ਹੋਵੇ, ਚਾਹੇ ਉਹ ਕੰਟੈਂਟ ਕ੍ਰੀਏਟਰ ਦੀ ਲਾਈਫ ਹੋਵੇ? ਮੈਨੂੰ ਲੱਗਦਾ ਨਹੀਂ ਇਹਦੇ 'ਚ ਕੋਈ ਖਾਸ ਕੋਈ ਇੱਦਾਂ ਦਾ ਟੈਕਟਿਕ ਜਾਂ ਕ੍ਰਿਸ਼ਮਾ ਹੈਗਾ ਆ। ਮੇਰਾ ਜਿਹੜਾ ਬੇਸਿਕ ਜਿਹਾ ਫਾਰਮੂਲਾ ਹੈਗਾ ਆ, ਜਸਟ ਬੀ ਯੋਰਸੈਲਫ, ਜਸਟ ਬੀ ਟ੍ਰਾਂਸਪੇਰੈਂਟ, ਐਂਡ ਦੈਟਸ ਇਟ। ਜਦੋਂ ਵੀ ਆਪਾਂ whenever we try to pretend to be somebody else, ਜਿਹੜਾ ਅਸੀਂ ਨਹੀਂ ਹੈਗੇ, people can sense that. That's ਠੀਕ ਹੈ? right. ਹੁਣ ਜੇ ਮੈਂ ਆਪਣੇ ਆਪ ਤੋਂ ਹਟ ਕੇ, ਜੋ ਮੇਰੀ ਐਨਰਜੀ ਨਹੀਂ ਹੈਗੀ, ਜੋ ਮੇਰਾ ਸਟਾਈਲ ਨਹੀਂ ਹੈਗਾ, if I try to copy somebody and if I try to be somebody else, ਜੋ ਮੈਂ ਨਹੀਂ ਹੈਗਾ, I cannot do that for long term. ਤੇ ਕਿਤੇ ਨਾ ਕਿਤੇ, you know, people are smart enough, they can sense that thing, they can see that thing, ਠੀਕ ਹੈ? ਤੇ ਉਹੀ ਲੋਕ ਤੁਹਾਡੇ ਨਾਲ ਜੁੜਦੇ ਨੇ ਜਿਹੜੇ ਤੁਹਾਨੂੰ genuinely they can feel your vibe, they can feel ਕਿ okay, ਆਹ ਬੰਦਾ ਗੱਲ ਕਰ ਰਿਹਾ, so you know he seems genuine, he seems transparent, he seems to be caring. Exactly. And so yeah, so ਮੈਨੂੰ ਲੱਗਦਾ it's just being yourself. That's the biggest simple thing. Stop being somebody else, stop being copying, ਕਿਉਂਕਿ ਤੁਸੀਂ ਹੋ, you are unique, just be yourself, that's it. That was quite simple as I thought. ਮੈਨੂੰ ਤਾਂ ਲੱਗਿਆ ਕਿੱਦਾਂ ਕਿ ਤੁਹਾਡੇ ਕੋਲ ਕੋਈ ਸੀਕ੍ਰੇਟਸ ਵਗੈਰਾ ਹੋਣਗੇ, ਪਰ ਇਹ ਚੀਜ਼ ਤਾਂ ਮੋਸਟਲੀ ਜ਼ਿਆਦਾ ਨੂੰ ਪਤਾ ਹੁੰਦੀ ਹੈ, ਪਰ ਉਹ ਅਪਲਾਈ ਨਹੀਂ ਕਰਦੇ। ਅਪਲਾਈ ਕਿਉਂ ਨਹੀਂ ਕਰਦੇ? ਕਿਉਂਕਿ ਸਾਡੇ 'ਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੌਨਫੀਡੈਂਸ ਦਾ ਘਾਟਾ ਹੁੰਦਾ ਹੈ। We don't believe in ourselves, okay? In order to make somebody else believe in yourself, you have to believe in yourself first, Harpreet. ਜੇਕਰ ਤੁਹਾਨੂੰ ਆਪਣੀ ਪਰਸਨੈਲਿਟੀ, ਤੁਸੀਂ ਆਪਣੇ ਆਪ ਨੂੰ ਆਪ ਹੀ ਨਹੀਂ ਪਸੰਦ ਕਰਦੇ, ਜੇਕਰ ਤੁਹਾਡਾ ਆਪਣੇ ਆਪ 'ਚ ਯਕੀਨ ਨਹੀਂ ਹੈਗਾ, nobody else is gonna like you, nobody else is gonna put their belief in you. So you gotta believe yourself, you gotta like yourself, you gotta fall in love with yourself first in order to somebody else ਕਿ ਤੁਹਾਡੇ ਨਾਲ ਕੋਈ ਉਸ ਤਰ੍ਹਾਂ ਪਿਆਰ ਕਰੇ, ਤੁਹਾਨੂੰ ਕੋਈ ਰਿਸਪੈਕਟ ਕਰੇ, ਜਾਂ ਤੁਹਾਡੇ ਤੇ ਕੋਈ ਲੁੱਕ ਅਪ ਕਰੇ। That's mind blowing actually. ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਉਹਨੂੰ ਡਾਈਜੈਸਟ ਕਰਨ ਦੇ ਲਈ ਤਾਂ ਮੈਨੂੰ ਮੇਰਾ ਪੋਡਕਾਸਟ ਹੀ 2-3 ਵਾਰੀ ਦੁਬਾਰਾ ਸੁਣਨਾ ਪੈਣਾ। ਤਾਂ ਉਹ ਵੀ ਗੱਲ ਠੀਕ ਹੈ। ਇੱਕ ਹੋਰ ਗੱਲ ਇਹਦੇ 'ਚ ਨਾਲ ਐਡ ਕਰਦਾ ਮੈਂ, ਛੋਟੀ ਜਿਹੀ ਹੈ। ਇਹ ਸੈਕਿੰਡ ਕੁਐਸਚਨ, 2 ਹੀ ਕੁਐਸਚਨ ਹੋਣਗੇ। ਸੈਕਿੰਡ ਕੁਐਸਚਨ ਦੈਟ ਮੈਂ ਦੇਖਦਾ ਹਰ ਰੋਜ਼ ਤੁਹਾਨੂੰ ਮਾਰਨਿੰਗ ਸੁਬਾਹ ਤੁਸੀਂ 5 ਵਜੇ ਤੁਸੀਂ ਟ੍ਰੈਡਮਿਲ ਤੇ ਹੁੰਦੇ ਹੋ, ਠੀਕ ਆ?
ਅਗਰ ਮੈਂ ਆਪਣੀ ਗੱਲ ਕਰਾਂ ਕਿ ਮੈਂ ਆਪਣੇ ਆਪ ਨੂੰ ਕਹਿਣਾ ਕਿ ਮੈਂ ਹਾਂ ਬਹੁਤ ਮੋਟੀਵੇਸ਼ਨ ਰਹਿਣਾ ਹਰ ਵੇਲੇ, ਮੈਂ ਮਤਲਬ ਕੌਨਫੀਡੈਂਟ 'ਚ ਰਹਿਣਾ, ਮੈਂ ਜਿਹੜਾ ਵੀ ਕੰਮ ਕਰਨਾ ਹੋਵੇ ਮੈਂ ਕਰ ਦਿੰਦਾ, ਪਰ ਸੁਬਾਹ 5 ਵਜੇ ਉੱਠਣਾ ਉਹ ਨਹੀਂ ਹੁੰਦਾ। ਤੁਸੀਂ ਹਾਊ ਡੂ ਯੂ ਡੂ ਮੈਂ ਦੈਟ? ਮੈਨੂੰ ਲੱਗਦਾ ਨਹੀਂ ਹਰਪ੍ਰੀਤ ਕਿ ਹਰ ਕਿਸੇ ਲਈ 5 ਵਜੇ ਉੱਠਣਾ ਜ਼ਰੂਰੀ ਹੈ। ਮੇਬੀ ਯੂ ਵਾਂਟ ਟੂ ਵੇਕ ਅਪ ਐਟ 9 ਇਫ ਦੈਟ ਵਰਕਸ ਫॉर ਯੂ, ਆਈ ਥਿੰਕ ਦੈਟਸ ਫਾਈਨ। ਓਕੇ। Waking up at 5 AM ਸਵੇਰੇ 5 ਵਜੇ ਉੱਠਣਾ doesn't make you any special. It doesn't give you any superpowers. ਠੀਕ ਹੈ? ਜੇਕਰ ਤੁਹਾਡਾ ਲਾਈਫਸਟਾਈਲ, ਤੁਹਾਡਾ ਕੰਮ ਇਸ ਹਿਸਾਬ ਦਾ ਹੈ ਕਿ ਮੇਬੀ ਯੂ ਜਸਟ ਗੋ ਟੂ ਸਲੀਪ, ਤੁਸੀਂ ਰਾਤੀ 10 ਵਜੇ ਤੱਕ ਕੰਮ ਕਰਦੇ ਹੋ, ਮੇਬੀ ਯੂ ਗੋ ਟੂ ਬੈਡ ਐਟ ਲਾਈਕ 12 ਐਂਡ 1, ਤੁਸੀਂ 5 ਵਜੇ ਉੱਠ ਹੀ ਨਹੀਂ ਸਕਦੇ। ਜੇ ਉੱਠ ਵੀ ਜਾਓਗੇ ਤਾਂ ਪੰਜਾਬੀ 'ਚ ਕਹਿੰਦੇ ਐਵੇਂ ਕੰਧਾਂ 'ਚ ਵੱਜਦੇ ਫਿਰੋਗੇ ਬਿਕੌਜ਼ ਯੂ ਗੋਨਾ ਬੀ ਸੋ foggy, ਯਾ ਦੈਟਸ ਹੈ ਨਾ? ਰਾਈਟ। ਸੋ ਇਟ ਡਸਨਟ ਮੈਟਰ ਕਿ ਮੈਨੂੰ ਐਂ ਲੱਗਦਾ ਕਿ 5 ਵਜੇ ਉੱਠਣਾ ਮੇਰਾ ਕੋਈ ਸੁਪਰ ਪਾਵਰ ਨਹੀਂ ਹੈਗੀ ਮੇਰੀ। ਜੇ ਤੁਸੀਂ 9 ਵਜੇ ਵੀ ਉੱਠਦੇ ਹੋ, ਜਸਟ ਗੈਟ ਅਪ ਐਟ 9, but just make sure that as soon as you get up, you have a plan, you have a discipline that you should know what you're gonna do next. That's the biggest thing. ਓਕੇ, ਗਾਟ ਇਟ। Because ਹਰ ਇੱਕ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ। Some people like I am early morning person, some people are night owls, ਉਹ ਰਾਤ ਨੂੰ ਜ਼ਿਆਦਾ ਪ੍ਰੋਡਕਟਿਵ ਹੁੰਦੇ ਨੇ, ਕੁਝ ਲੋਕ early morning ਜ਼ਿਆਦਾ ਪ੍ਰੋਡਕਟਿਵ ਹੁੰਦੇ ਨੇ। So no two people are similar, ਹਰੇਕ ਬੰਦੇ ਦੀ ਆਪੋ ਆਪਣੀ ਹੈਗੀ ਹੈ। ਬਟ ਹਾਂ, ਡਿਸਿਪਲਿਨ ਸਭ ਤੋਂ ਵੱਡੀ ਚੀਜ਼ ਹੈ। You commit to something and then you do it and do it over and over again. That's the biggest thing. ਤਾਂ ਜਦੋਂ ਤੱਕ ਤੁਸੀਂ ਉਹ 'ਚ ਪਰਫੈਕਟ ਨਹੀਂ ਹੋ ਜਾਂਦੇ, ਉਹਨੂੰ ਕਰਦੇ ਰਹੋ। I think it takes ਇੱਕ ਬੰਦੇ ਨੂੰ, ਆਮ ਹਿਊਮਨ ਬੀਇੰਗ ਨੂੰ, it takes about 90 days, about 3 months to engrave a new habit into their brain. So ਤਕਰੀਬਨ 90 ਕੁ ਦਿਨ ਤੁਹਾਨੂੰ ਆਪਣੇ ਆਪ ਦੇ ਨਾਲ ਖਿੱਚਤਾਨੀ ਕਰਨੀ ਪਊਗੀ and after that it becomes your second habit, I believe. ਗਾਟ ਇਟ, ਠੀਕ ਹੈ। ਚਲੋ ਇਹ ਗੱਲ ਸੁਣ ਕੇ ਬਹੁਤ ਵਧੀਆ ਲੱਗਿਆ ਕਿ ਤੁਹਾਡੇ ਕੋਲ ਕੀ ਚੀਜ਼ਾਂ ਤੁਸੀਂ ਕਰੀਆਂ। ਮੈਂ ਵੀ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਆਈ ਐਮ ਸ਼ੋਰ ਕਿ ਮੈਨੂੰ ਹੈਲਪ ਕਰਨੀ ਆ। ਮੈਨੂੰ Absolutely. ਆਸ ਨਹੀਂ, ਪਰ ਮੈਨੂੰ ਕੌਨਫੀਡੈਂਟ ਹੈ। ਤਾਂ ਅਗਲੀ ਗੱਲ ਤੇ ਚੱਲਦਾ ਮੈਂ ਹੁਣ। Yes. ਉਸ ਚੀਜ਼ ਤੋਂ ਆਪਾਂ ਸ਼ਿਫਟ ਹੁੰਦੇ ਹਾਂ, ਹੁਣ ਆਉਂਦੇ ਹਾਂ ਤੁਹਾਡੇ ਪ੍ਰੋਫੈਸ਼ਨ ਤੇ। Yes. ਯੂ ਆਰ ਅ ਰੀਅਲਟਰ, ਰਾਈਟ? ਤਾਂ ਮੈਨੂੰ ਐਜ਼ ਅ ਹਿਊਮਨ ਬੀਇੰਗ, ਮੈਨੂੰ ਰੀਅਲਟਰ ਦੀ ਲਾਈਫ ਬਾਰੇ ਜਾਂ ਹਾਊਸਿੰਗ ਮਾਰਕੀਟ ਬਾਰੇ ਕੁਛ ਨਹੀਂ ਪਤਾ। ਸੋ ਮੈਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਅਗਰ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾਈਕ ਅਪਕਮਿੰਗ ਲਾਈਕ ਫਿਊ ਈਅਰਸ ਮੈਂ ਹਾਊਸ ਬਾਈ ਕਰਨ ਦੀ ਸੋਚਾਂ, ਤਾਂ ਮੈਨੂੰ ਆਪਣੇ ਪਹਿਲਾਂ ਪਲਾਨਸ ਕਿੱਦਾਂ ਬਣਾਉਣੇ ਚਾਹੀਦੇ ਆ? ਅਗਰ ਤੁਸੀਂ ਕੁਛ ਮੈਨੂੰ ਆਈਡੀਆ ਦੇਣਾ ਚਾਹੋ। Absolutely. ਅੱਜ ਕੱਲ੍ਹ ਕਿਉਂਕਿ ਘਰਾਂ ਦੇ ਪ੍ਰਾਈਸ ਬਹੁਤ ਵਧੇ ਹੋਏ ਨੇ ਐਂਡ ਅੱਗੇ ਦੀ ਅੱਗੇ ਹੋਰ ਵਧਣੇ ਨੇ। ਠੀਕ ਹੈ, ਇਸ ਵੇਲੇ ਰਾਈਟ ਨਾਓ ਦਾ ਕਰੰਟ ਮਾਰਕੀਟ ਇਜ਼ ਇਨ ਲਾਈਕ ਥੋੜਾ ਜਿਹਾ ਇਸ ਵੇਲੇ ਫੰਬਲ ਅਰਾਊਂਡ ਹੋ ਰਹੀ ਹੈ ਮਾਰਕੀਟ, ਬਟ ਆਬਵੀਅਸਲੀ ਇਟਸ ਗੋਨਾ ਗੈਟ ਸਟੈਡੀ, ਥੋੜੀ ਜਿਹੀ ਹੋ ਜਾਣੀ, ਉਹ ਤੋਂ ਬਾਅਦ ਪ੍ਰਾਈਸ ਵਿਲ ਗੋਨਾ ਗੋ ਰਾਈਜ਼ ਅਗੇਨ। ਸੋ ਅੱਜ ਜਾਂ ਫਿਊਚਰ ਦੇ ਵਿੱਚ ਜਿੰਨੇ ਵੀ ਘਰ ਲੈਣਾ, ਦ ਬਿਗੇਸਟ ਥਿੰਗ ਯੂ ਗੋਟਾ ਡੂ ਇਜ਼ ਯੂ ਗੋਟਾ ਮੇਕ ਅ ਪਲਾਨ। ਓਕੇ, ਤੁਸੀਂ 2 ਸਾਲ ਬਾਅਦ ਲੈਣਾ, ਤੁਸੀਂ 3 ਸਾਲ ਬਾਅਦ ਲੈਣਾ, ਬਟ ਯੂ ਗੋਟਾ ਸਟਾਰਟ ਵਰਕਿੰਗ ਔਨ ਦੈਟ ਟੁਡੇ। ਸੋ ਵਾਟ ਆਈ ਮੀਨ ਬਾਈ ਦੈਟ ਇਜ਼, ਪਹਿਲਾਂ ਤਾਂ ਤੁਹਾਨੂੰ ਇੱਕ ਆਪਣਾ ਸੇਵਿੰਗਸ ਅਕਾਊਂਟ ਲਾਉਣਾ ਪੈਣਾ ਕਿ ਈਚ ਮੰਥ ਯੂ ਗੋਟਾ ਪੁੱਟ ਸੋ ਮਚ ਮਨੀ ਔਨ ਦੀ ਸਾਈਡ ਕਿ ਇੰਨਾ ਪੈਸੇ ਤੁਹਾਡੇ ਸੇਵ ਹੋ ਜਾਣ। ਉਹਦਾ ਨਾਲ ਦੀ ਨਾਲ ਯੂ ਹੈਵ ਟੂ ਲੁੱਕ ਐਟ ਕਿ ਤੁਹਾਡੀ ਜਿਹੜੀ ਜੌਬ ਹੈ, ਤੁਹਾਡੀ ਜਿਹੜੀ ਇਨਕਮ ਆ ਰਹੀ ਹੈ, ਉਹ ਕਿੱਦਾਂ ਵਧੇਗੀ, ਕਿਉਂਕਿ ਘਰ ਲੈਣ ਦੇ ਬਾਅਦ ਜਿਹੜੇ ਤੁਹਾਡੇ ਖਰਚੇ ਨੇ ਉਹ ਵਧਣੇ ਨੇ। ਠੀਕ ਹੈ, ਓਕੇ। ਕਈ ਲੋਕ ਕਹਿੰਦੇ ਨੇ ਵੀ ਰੈਂਟ ਜਿੰਨਾ ਰੈਂਟ ਆ ਉਨੀ ਘਰ ਦੀ ਕਿਸ਼ਤ ਨਹੀਂ, ਘਰ ਦੇ ਖਰਚੇ ਜ਼ਿਆਦਾ ਹੁੰਦੇ ਨੇ। ਰੈਂਟ ਇਜ਼ ਪ੍ਰੀਟੀ ਸਿੰਪਲ, ਬਟ ਜਦੋਂ ਘਰ ਲੈ ਲੈਂਦੇ ਆ ਉਹਦੇ ਨਾਲ ਹੋਰ ਤੁਹਾਡੇ ਟੈਕਸਿਸ ਮੰਥਲੀ ਤੇ ਹੋਰ ਕਈ ਕੁਛ ਜਿਹੜੀਆਂ ਨੇ ਖਰਚੇ ਵੱਧ ਜਾਂਦੇ ਨੇ। ਸੋ ਇੱਕ ਤਾਂ ਸੇਵਿੰਗ ਕਰਨੀ ਸਟਾਰਟ ਕਰੇ ਬੰਦਾ, ਇੱਕ ਨਾਲ ਦੀ ਨਾਲ ਆਪਣੀ ਜੌਬ ਨੂੰ ਜਾਂ ਜਿਹੜਾ ਆਪਣਾ ਸਕਿੱਲ ਸੈੱਟ ਹੈ, ਕੋਈ ਬੈਟਰ ਸਕਿੱਲ ਸੈੱਟ ਐਕਵਾਇਰ ਕਰੋ ਤਾਂ ਕਿ ਤੁਹਾਡੀ ਇਨਕਮ ਗਰੋਥ ਹੋ ਸਕੇ, ਤੁਹਾਡੀ ਇਨਕਮ ਵੱਧ ਸਕੇ। ਤੀਸਰੀ ਗੱਲ ਹੈ, ਪੇ ਗੁੱਡ ਅਟੈਂਸ਼ਨ ਟੂ ਯੂਰ ਕ੍ਰੈਡਿਟ। ਕ੍ਰੈਡਿਟ ਤੁਹਾਡਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਨਵੇਂ-ਨਵੇਂ ਜਦੋਂ ਅਸੀਂ ਆਉਂਦੇ, ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਗੱਡੀਆਂ-ਗੁੱਡੀਆਂ ਚੱਕ ਲੈਂਦੇ ਹਾਂ ਤੇ ਨੇਰੀਆਂ ਲਿਆ ਦਿੰਦੇ ਹਾਂ ਤੇ ਮੁੜ ਕੇ 2-4 ਸਾਲ ਬਾਅਦ ਪੇਮੈਂਟਾਂ ਜੇ ਨਾ ਜਾਣ ਜਾਂ ਮਿਸ ਹੋ ਜਾਣ ਤਾਂ ਕ੍ਰੈਡਿਟ ਦਾ ਬਹੁਤ ਨਾਸ ਵੱਜਦਾ। ਤੇ ਇਹਨਾਂ ਮੁਲਕਾਂ ਦੇ ਵਿੱਚ ਕ੍ਰੈਡਿਟ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ, ਰਾਈਟ? ਕੱਲ੍ਹ ਨੂੰ ਤੁਸੀਂ ਕੁਛ ਵੀ ਕਰਨਾ ਹੈ, ਹਰ ਇੱਕ ਜਗ੍ਹਾ ਤੁਹਾਡਾ ਕ੍ਰੈਡਿਟ ਜਿਹੜਾ ਆ ਉਹਨਾਂ ਨੇ ਦੇਖਣਾ ਆ। ਸੋ ਸਟਾਰਟ ਸੇਵਿੰਗ ਫॉर द डाउन पेमेंट, start working on increasing your income, ਤੁਹਾਡੀ ਇਨਕਮ ਕਿੱਦਾਂ ਵਧੂਗੀ, ਐਂਡ safeguard your credit। 3 ਜਿਹੜੀਆਂ ਮੇਨ ਚੀਜ਼ਾਂ ਨੇ ਸਭ ਤੋਂ ਵੱਡੀਆਂ। ਗਾਟ ਇਟ। ਤਾਂ ਇਹ ਮੋਸਟਲੀ ਆਪਣੀ ਜਿਹੜੀਆਂ ਇਹ ਚੀਜ਼ਾਂ ਹਨਾ, ਮੈਨੂੰ ਲੱਗਦਾ ਇਹ ਸਾਰਾ ਕੁਛ ਕਵਰ ਕਰ ਦਿੰਦੀਆਂ। ਕ੍ਰੈਡਿਟ ਸਕੋਰ ਆਪਣਾ ਤਾਂ ਹੀ ਵਧੂਗਾ ਅਗਰ ਆਪਣੀਆਂ ਸਾਰੀਆਂ ਪੇਮੈਂਟਾਂ ਸਹੀ ਹੋਣੀਆਂ, ਰਾਈਟ? ਤਾਂ ਆਪਣੀ ਇਨਕਮ ਕਦੋਂ ਵਧੂਗੀ? ਜਦੋਂ ਆਪਾਂ ਆਪਣੇ ਉਹ ਸਕਿੱਲ ਸੈੱਟ ਨੂੰ ਵਧਾਵਾਂਗੇ ਜਾਂ ਕੁਛ ਐਕਸੈਪਸ਼ਨਲ ਕਰਾਂਗੇ ਆਪਣੀ ਲਾਈਫ ਦੇ ਲਈ, ਰਾਈਟ? ਤਾਂ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਊਗਾ ਵੀਰੇ। ਤਾਂ ਆਈ ਹੋਪ ਕਿ ਇਹ ਬਹੁਤਿਆਂ ਲਈ ਹੈਲਪਫੁਲ ਹੋਊਗਾ, ਇਕੱਲੇ ਮੇਰੇ ਲਈ ਨਹੀਂ, ਕਿਉਂਕਿ ਆਪਣੇ ਤੁਸੀਂ ਦੇਖਿਆ ਹੋਊਗਾ ਕੈਨੇਡਾ ਦੇ ਵਿੱਚ ਆਪਾਂ ਯੂਐਸ ਮਾਰਕੀਟ ਨਾਲ ਮੋਸਟਲੀ ਆਪਾਂ ਕੰਪੇਅਰ ਕਰਦੇ ਹਾਂ ਫੋਰ ਐਗਜ਼ਾਮਪਲ, ਰਾਈਟ? ਤਾਂ ਸਾਰੇ ਕਹਿੰਦੇ ਪਏ ਆ ਕਿ ਯੂਐਸ ਦੇ ਵਿੱਚ ਇਨਫਲੇਸ਼ਨ ਚੱਲਦੀ ਪਈ ਆ। ਮੈਂ ਨਵੰਬਰ 3 ਲਾਈਕ ਅੱਜ ਤੋਂ 2 ਦਿਨ ਪਹਿਲਾਂ ਡੇਟਾ ਚੈੱਕ ਕਰਦਾ ਪਿਆ ਸੀਗਾ, 7.3 ਚੱਲਦਾ ਪਿਆ ਸੀ ਉਹਨਾਂ ਦਾ ਉਹ ਇੰਟਰਸਟ ਰੇਟ ਹਾਊਸਿੰਗ ਮਾਰਕੀਟ ਦਾ, ਰਾਈਟ? ਤਾਂ ਵੀਰੇ ਤੁਹਾਨੂੰ ਕੀ ਲੱਗਦਾ ਕਿ ਕੈਨੇਡਾ ਉਹਦੇ ਨਾਲ ਸੇਮ ਚੱਲੂਗਾ ਕਿ ਅਲੱਗ ਚੱਲੂਗਾ? ਜਿੱਦਾਂ ਮੈਂ ਤੁਹਾਡੀ ਗੱਲ ਦੱਸਦਾ ਕਿ ਮੈਨੂੰ ਇਹ ਲੱਗਦਾ ਕਿ
ਐਜ਼ ਫਾਰ ਐਜ਼ ਆਪਾਂ ਦੇਖੀਏ ਕਿ 2/3 ਆਫ ਕੈਨੇਡਾਜ਼ ਪੋਪੂਲੇਸ਼ਨ ਇਜ਼ ਇਮੀਗ੍ਰੈਂਟ, ਯੈਸ। ਰਾਈਟ? ਤਾਂ ਮੈਨੂੰ ਨਹੀਂ ਲੱਗਦਾ ਕਿ ਐਜ਼ ਕੰਪੇਅਰ ਟੂ ਯੂਐਸ ਕੈਨੇਡਾ ਦੀ ਮਾਰਕੀਟ ਥੱਲੇ ਜਾਊਗੀ, ਜਾਂ ਆਪਾਂ ਕਹਿ ਦਈਏ ਕਿ ਕੈਨੇਡਾ 'ਚ ਨਹੀਂ ਕੈਨੇਡਾ 'ਚ ਇਨਫਲੇਸ਼ਨ ਆ ਤਾਂ ਬਬਲ ਆ, ਕਹਿ ਦਈਏ ਕਿ ਕਹਿੰਦੇ ਬਬਲ ਵਧਿਆ ਹੋਇਆ ਕਿ ਇਹ ਫੁੱਟੂਗਾ ਤਾਂ ਹਾਊਸ ਥੱਲੇ ਡਿੱਗ ਪੈਣਗੇ। ਮੈਂ ਤਾਂ ਕਦੇ ਅੱਜ ਤੱਕ ਇਹ ਦੇਖਿਆ ਨਹੀਂ। ਵਟ ਆਰ ਯੂਰ ਥਾਟਸ ਔਨ ਇਟ? ਨੋ, ਆਈ ਟੋਟਲੀ ਐਗਰੀ ਵਿਦ ਯੂ ਹਰਪ੍ਰੀਤ, ਜੋ ਤੁਸੀਂ ਕਿਹਾ ਬਿਲਕੁਲ ਮੇਰੀ ਵੀ ਉਹੀ ਗੱਲ ਆ ਵੀ ਯੂਐਸ ਨਾਲ ਠੀਕ ਹੈ, ਕਿਤੇ ਨਾ ਕਿਤੇ ਸਾਡੀ ਇਕਨੋਮੀ ਡਿਪੈਂਡ ਕਰਦੀ ਹੈ, ਕਿਉਂਕਿ ਯੂਐਸ ਸਾਡਾ ਇੱਕ ਬਹੁਤ ਵੱਡਾ ਟ੍ਰੇਡ ਪਾਰਟਨਰ ਹੈ, ਇੰਪੋਰਟ ਯੈਸ। ਐਕਸਪੋਰਟ ਦੋਨਾਂ ਚੀਜ਼ਾਂ ਨੂੰ ਲੈ ਕੇ ਵਨ ਆਫ ਦਾ ਬਿਗੇਸਟ ਟ੍ਰੇਡ ਪਾਰਟਨਰ ਜਿਹੜਾ ਸਾਡਾ ਹੈਗਾ ਉਹ ਅਮਰੀਕਾ ਹੀ ਹੈ। ਬਟ ਹਾਂਜੀ। ਉਹਦੇ ਨਾਲ ਇੰਟਰਸਟ ਰੇਟ ਮੈਨੂੰ ਲੱਗਦਾ ਆਪਣੇ ਜਿੰਨੇ ਕੁ ਵਧਣੇ ਸੀ ਉਹਦੇ ਨੂੰ ਥੋੜੇ ਬਹੁਤੇ ਹੋਰ ਵਧਣਗੇ, ਹੁਣ ਜ਼ਿਆਦਾ ਨਹੀਂ, ਮੇ ਬੀ ਇੱਕ ਅੱਧੀ ਹਾਈਕ ਹੋਰ ਜਿਹੜੀ ਦਸੰਬਰ 'ਚ ਹੋਊਗੀ। ਤੇ ਉਹਦੇ ਨਾਲ ਜਿਹੜੇ ਘਰਾਂ ਦੇ ਪ੍ਰਾਈਸ ਨੇ ਉਹ ਆਲਰੇਡੀ ਪਿਛਲੇ 2 ਕੁ ਮਹੀਨੇ ਤੋਂ ਸਟੇਬਲ ਹੋਣੇ ਸ਼ੁਰੂ ਹੋ ਚੁੱਕੇ ਨੇ। ਪਰ ਹਾਲੇ ਤੱਕ ਇਸ ਗੱਲ ਓਕੇ। ਦਾ ਪਹਿਲੀ ਗੱਲ ਤਾਂ ਹਾਲੇ ਤੱਕ ਲੋਕ ਇਸ ਗੱਲ ਨੂੰ ਜਿਹੜੇ ਬਾਇਰਸ ਨੇ ਉਹ ਇਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਕਿ ਪ੍ਰਾਈਸ ਜਿਹੜੇ ਨੇ ਡਰੌਪ ਹੋਣੇ ਉਹ ਘਟ ਗਏ ਨੇ, ਬਹੁਤ ਜ਼ਿਆਦਾ ਘਟ ਗਏ ਨੇ। ਠੀਕ ਹੈ? ਕਿਉਂਕਿ ਹਾਲੇ ਤੱਕ ਲੋਕ ਉਦੋਂ ਮੰਨਣਾ ਸ਼ੁਰੂ ਕਰਦੇ ਨੇ ਜਦੋਂ ਕੋਈ ਵੀ ਗੱਲ ਜਦੋਂ ਮੇਨਸਟ੍ਰੀਮ ਮੀਡੀਆ ਦੇ ਵਿੱਚ ਆ ਜਾਂਦੀ ਹੈ। ਸੋ ਹਾਲੇ ਤੱਕ ਤੇ ਮੇਨਸਟ੍ਰੀਮ ਮੀਡੀਆ ਜਿਹੜਾ ਉਹ ਹਮੇਸ਼ਾ ਲੈਗ ਕਰਦਾ ਹੈ ਰਿਐਲਿਟੀ ਦੇ ਨਾਲ। ਰਿਐਲਿਟੀ ਦੇ ਵਿੱਚ ਯਾ ਹਾਲੇ ਤੱਕ ਜੋ ਅੱਜ ਹੋ ਰਿਹਾ ਮੇਨਸਟ੍ਰੀਮ ਮੀਡੀਆ ਨੇ ਉਹਨੂੰ 2-3 ਮਹੀਨੇ ਦੇ ਬਾਅਦ ਚੱਕਣਾ। ਐਗਜ਼ੈਕਟਲੀ। ਸੋ ਮੇਨਸਟ੍ਰੀਮ ਮੀਡੀਆ ਇਜ਼ ਆਲਵੇਜ਼ ਲੈਗਿੰਗ, ਸਪੈਸ਼ਲੀ ਇਦਾਂ ਦੇ ਟੌਪਿਕਸ ਦੇ ਉੱਤੇ। ਇਕੋਨਮੀ ਹੋ ਗਈ ਜਾਂ ਤੁਹਾਡੇ ਰੀਅਲ estate ਹੋ ਗਿਆ ਜਾਂ ਕੁਛ ਵੀ ਹੋ ਗਿਆ, they are always lagging, they are always 2 to 3 months behind. Professionals like us who are in the market day in day out, ਸੋ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੇ ਪ੍ਰਾਈਸ ਡਰੌਪ ਹੋ ਰਹੇ ਸੀਗੇ ਉਹਨਾਂ ਦੀ ਸਪੀਡ ਬਹੁਤ ਜ਼ਿਆਦਾ ਘਟ ਗਈ ਹੈ। ਸਟਾਰਟਿੰਗ ਦੇ ਵਿੱਚ ਲੱਖ ਡਾਲਰ ਵੀ ਜਿਹੜੇ ਵੱਡੇ ਘਰਾਂ ਦੇ ਪ੍ਰਾਈਸ ਡਰੌਪ ਹੋਏ ਨੇ। ਪਰ ਲੇਟਲੀ ਵੱਧ ਤੋਂ ਵੱਧ 15-20 ਹਜ਼ਾਰ ਡਾਲਰ ਜਿਹੜਾ ਮਿਲੀਅਨ ਡਾਲਰ ਦੀ ਪ੍ਰਾਪਰਟੀ ਹੈ ਉਹਦੇ ਪਿੱਛੇ ਡਰੌਪ ਹੋ ਰਿਹਾ, ਵਿਚ ਇਜ਼ ਵੈਰੀ ਵੈਰੀ ਮਿਨੀਮਮ। ਇਟ ਇਜ਼ ਵੈਰੀ ਫਿਊ। ਯਾ ਦੈਟਸ ਰਾਈਟ। ਇਟਸ ਵੈਰੀ ਮਿਨੀਮਮ। ਯਾ ਤੇ ਬਾਕੀ ਹੁਣ ਤੁਸੀਂ ਇਹਨਾਂ ਨੇ ਇਮੀਗ੍ਰੇਸ਼ਨ ਦਾ ਐਲਾਨ ਕੀਤਾ 5 ਲੱਖ ਨਵਾਂ ਬੰਦਾ ਅਗਲੇ 2-3 ਸਾਲਾਂ ਦੇ ਵਿੱਚ ਆਉਣਾ ਹੈ। ਸੋ ਯੈਪ। ਬਹੁਤੇ ਲੋਕ ਕਹਿੰਦੇ ਨੇ ਕਿ ਉਹਨਾਂ ਨੇ ਆਉਂਦੇ ਨੇ ਘਰ ਨਹੀਂ ਲੈ ਲੈਣਾ, ਪਰ ਘਰ ਨਹੀਂ ਲੈਣਾ ਪਰ ਰੈਂਟ ਤੇ ਰਹਿਣਾ। ਇਸ ਵੇਲੇ ਰੈਂਟਲ ਮਾਰਕੀਟ ਦਾ ਬੁਰਾ ਹਾਲ ਹੋਇਆ ਪਿਆ। Rental market is very oversaturated now. Rents are going through the roof and stuff. So ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਫੈਕਟ ਕਰਦੀਆਂ ਨੇ ਕੈਨੇਡਾ ਦੀ ਹਾਊਸਿੰਗ ਮਾਰਕੀਟ ਨੂੰ। ਐਂਡ ਪ੍ਰਾਈਸ ਜਿੰਨੇ ਕੁ ਲੋਕ ਸੋਚ ਰਹੇ ਨੇ ਕਿ ਘਰ ਬਿਲਕੁਲ ਹੀ ਸੇਲ ਤੇ ਲੱਗ ਜਾਣੇ ਨੇ, ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਹੋ ਜਾਣਾ, ਮੈਨੂੰ ਲੱਗਦਾ ਨਹੀਂ ਉਹ ਹੋਣਾ। ਯਾ ਦੈਟਸ ਰਾਈਟ। ਐਗਜ਼ੈਕਟਲੀ। ਪਰ ਆਪਾਂ ਇਹਨਾਂ ਨੂੰ ਥੋੜਾ ਬਹੁਤ ਦੱਸ ਦਈਏ ਇਹਦੇ ਬਾਰੇ। ਜਿੱਦਾਂ ਫੋਰ ਐਗਜ਼ਾਮਪਲ ਆਪਾਂ ਯੂਐਸ ਨੂੰ ਚਲੋ ਅਲੱਗ ਕਰ ਦਿੰਦੇ ਹਾਂ ਇੱਕ ਵਾਰੀ, ਰਾਈਟ? ਯੈਸ। ਯੂਐਸ ਦਾ ਟੋਟਲੀ ਸਿਸਟਮ ਹੀ ਅਲੱਗ ਆ। ਆਪਾਂ ਯੂਐਸ ਤੇ ਵੀ ਆਉਂਦੇ ਹਾਂ, ਪਹਿਲਾਂ ਆਪਾਂ ਜੀ। ਕੈਨੇਡਾ ਦੀ ਗੱਲ ਦੇਖਦੇ ਹਾਂ। ਤਾਂ ਫੋਰ ਐਗਜ਼ਾਮਪਲ ਇਮੀਗ੍ਰੈਂਟ ਆਉਂਦੇ ਪਏ ਆ, ਠੀਕ ਹੈ, ਜਿਹੜਾ ਕਿ ਇੱਕ ਕੰਟਰੀ ਦੇ ਲਈ ਬਹੁਤ ਚੰਗੀ ਗੱਲ ਹੁੰਦੀ ਆ, ਉਹਦੀ ਇਕਨੋਮੀ ਬੂਸਟ ਹੁੰਦੀ ਆ, ਉਹਨੂੰ ਯੈਸ। ਮੱਖਣ ਪਨੀਰ ਮਿਲਦਾ ਦੂਸਰੀਆਂ ਯਾ। ਕੰਟਰੀਆਂ ਦਾ। ਤਾਂ ਯੈਸ। ਉਹਨਾਂ ਨੂੰ ਆਪਾਂ ਕਹਿ ਦਈਏ ਕਿ ਉਹ ਰਹਿਣ ਲਈ ਉਹਨਾਂ ਨੂੰ ਜਗ੍ਹਾ ਚਾਹੀਦੀ ਆ। ਆਈ ਐਮ ਪੇਇੰਗ $3,000 ਫॉर ਦਿਸ ਟਾਊਨ ਹਾਊਸ, ਠੀਕ ਹੈ? ਤਾਂ ਅਗਰ ਆਪਾਂ ਗੱਲ ਕਰੀਏ ਕਿ ਉਹ ਆਉਂਦੇ ਆ, ਉਹਨਾਂ ਨੂੰ ਰਹਿਣ ਲਈ ਜਗ੍ਹਾ ਚਾਹੀਦੀ ਆ, ਚਾਹੇ ਉਹ ਰੈਂਟਲ ਹੋਵੇ ਚਾਹੇ ਉਹ ਨਵਾਂ ਘਰ ਲੈਣ, ਯੈਸ। ਠੀਕ ਹੈ? ਗਵਰਨਮੈਂਟ ਨੂੰ ਘਰ ਪ੍ਰੋਵਾਈਡ ਕਰਨੇ ਪੈਣੇ ਆ। ਡਿਮਾਂਡ ਵਧੀ, ਟੋਟਲੀ। ਉਹਨਾਂ ਨੂੰ ਵੀ ਕਾਪ ਅਪ ਕਰਨਾ ਪੈਣਾ। ਜੇ ਉਹ ਯੈਸ। ਕਾਪ ਅਪ ਨਹੀਂ ਕਰਨ ਪਾਉਂਦੇ ਤਾਂ ਉਹਨਾਂ ਨੇ ਇੰਟਰਸਟ ਵਧਾ ਦੇਣਾ, ਰਾਈਟ? ਟੋਟਲੀ। ਇੰਟਰਸਟ ਹੁਣ ਵਧਾਇਆ ਹੋਇਆ, ਹੁਣ ਜਦੋਂ ਉਹੀ ਚੀਜ਼ ਨਹੀਂ ਘਟਦੀ ਪਈ, ਉਹ ਇੰਟਰਸਟ ਕਿੱਦਾਂ ਉਹ ਘੱਟ ਕਰਨਗੇ? ਉਹ ਜਿੱਦਾਂ ਉੱਪਰ ਜਾਂਦਾ ਪਿਆ, ਹੁਣ ਤਾਂ ਤੁਸੀਂ ਕਹਿੰਦੇ ਜਿਵੇਂ 5 ਲੱਖ ਬੰਦਾ ਨਵਾਂ ਆ ਰਿਹਾ, ਤਾਂ ਆਈ ਵੁੱਡ ਸੇ ਦੇयर ਇਜ਼ ਨੋ ਪਰਫੈਕਟ ਟਾਈਮ ਟੂ ਬਾਏ ਅ ਹਾਊਸ। ਬਸ ਤੁਸੀਂ ਬਾਏ ਕਰ ਲਓ, ਕਿਉਂਕਿ ਇਹ ਆਲਰੇਡੀ ਬਹੁਤ ਹਾਈ ਹੁੰਦਾ ਜਾਂਦਾ ਪਿਆ। ਕਿਉਂਕਿ ਆਪਾਂ ਅਗਰ ਏਦਾਂ, ਮੈਂ 2017 'ਚ ਸੋਚਦਾ ਕਿ ਮੈਂ ਅੱਜ ਘਰ ਲੈ ਲਾਂ, ਪਰ ਨਾ ਯਾਰ ਬਬਲ ਆ ਇਹ ਫੁੱਟੂਗਾ, ਮੈਂ ਉਦੋਂ ਘਰ ਲਊਂਗਾ। ਅਗਲੇ ਸਾਲ ਉਹੀ ਬਬਲ ਉਹਦਾ 20% ਹਾਈ ਹੋ ਗਿਆ, ਠੀਕ ਹੈ? ਯੈਸ। ਤਾਂ ਉਹ ਅੱਗੇ ਹਾਈ ਹੁੰਦਾ ਜਾਂਦਾ, ਕਿਉਂਕਿ ਆਲਰੇਡੀ ਬਾਹਰੋਂ ਬੰਦੇ ਆਉਂਦੇ ਪਏ ਆ, ਉਹ ਡਿਮਾਂਡ ਲਈ ਕਾਪ ਅਪ ਵੀ ਕਰਨਾ ਪੈਣਾ, ਉਹ ਜਿਹੜਾ ਨਹੀਂ ਹੁੰਦਾ ਪਿਆ, ਨਹੀਂ ਹੁੰਦਾ ਪਿਆ। ਰਾਈਟ? ਬਹੁਤੇ ਲੋਕਾਂ ਦੀ ਸੋਚ ਤਾਂ ਇਹ ਹੈ ਕਿ ਹੁਣ ਪ੍ਰਾਈਸ ਡਰੌਪ ਹੋ ਗਏ ਨੇ, ਹੁਣ ਪ੍ਰਾਈਸ ਉੱਪਰ ਆਣੇ ਹੀ ਨਹੀਂ ਹੈਗੇ। ਸੋ ਮੋਸਟਲੀ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਉਹ ਨੇ ਜਿਨ੍ਹਾਂ ਨੂੰ ਹਲੇ ਕੈਨੇਡਾ ਦੇ ਵਿੱਚ ਘੱਟੋ 10 ਸਾਲ ਤੋਂ ਘੱਟ ਦਾ ਟਾਈਮ ਹੋਇਆ, ਜਿਨ੍ਹਾਂ ਨੇ ਇਦਾਂ ਦੀ ਮਾਰਕੀਟ ਪਹਿਲਾਂ ਕਦੀ ਫੇਸ ਨਹੀਂ ਕੀਤੀ ਹੈਗੀ। ਯਾ ਕਦੀ ਵੀ ਜਿਹੜੀ ਦੋ ਮਾਰਕੀਟਸ ਆਲਵੇਜ਼ ਸੇਮ ਨਹੀਂ ਹੁੰਦੀਆਂ। 2006 ਦੇ ਵਿੱਚ ਜਿਹੜੀ ਮਾਰਕੀਟ ਸੀ 7 ਦੇ ਵਿੱਚ ਅੱਡ ਸੀ, 8 ਦੇ ਵਿੱਚ ਡਰੌਪ ਹੋਈ, 9 ਦੇ ਵਿੱਚ ਥੱਲੇ ਰਹੀ, 10 ਦੇ ਵਿੱਚ ਜਿਹੜਾ ਆ ਉਹਦੀ ਰਿਕਵਰੀ ਸਟਾਰਟ ਹੋਈ। ਮਤਲਬ ਹਰੇਕ ਸਾਲ ਮਾਰਕੀਟ ਜਿਹੜੀ ਹੈ ਸ਼ਿਫਟ ਹੁੰਦੀ ਹੈ। ਜੇ ਅੱਜ ਤੋਂ 6 ਮਹੀਨੇ ਪਹਿਲਾਂ ਪੂਰੀ ਹਾਟ ਮਾਰਕੀਟ ਸੀ, ਪ੍ਰਾਈਸਿਸ ਪੀਕ ਤੇ ਸੀ, ਉਹ ਵੀ ਨਹੀਂ ਰਹੀ। ਅੱਜ ਸਲੋ ਮਾਰਕੀਟ ਹੈ, ਇਹ ਵੀ ਨਹੀਂ ਰਹਿਣੀ ਹੈਗੀ। ਹਰੇਕ ਦਿਨ ਜਿਹੜੀ ਇਕੋਨਮੀ ਚੇਂਜ ਹੁੰਦੀ ਹੈ, ਜਿਹੜੀ ਸਾਈਕਲਸ ਨੇ ਉਹ ਚੇਂਜ ਹੁੰਦੇ ਨੇ। ਸੋ ਇਸੇ ਤਰ੍ਹਾਂ ਰੀਅਲ estate ਮਾਰਕੀਟ ਵੀ ਜਿਹੜੀ ਹੈ ਉਹ ਵੀ ਚੇਂਜ ਹੁੰਦੀ ਰਹਿੰਦੀ ਹੈ। ਸੋ ਇਹ ਨਾ ਸੋਚੋ ਵੀ ਅੱਜ ਜੇ ਪ੍ਰਾਈਸ ਡਾਊਨ ਨੇ, ਇਹ ਸਦਾ ਹੀ ਡਾਊਨ ਰਹਿਣੇ ਨੇ। ਘਰ ਜੇ ਖਾਸ ਕਰਕੇ ਤੁਸੀਂ ਆਪਣੇ ਰਹਿਣ ਦੇ ਲਈ ਲੈਣਾ, ਪ੍ਰਾਇਮਰੀ ਰੈਜ਼ੀਡੈਂਸ ਹੈ,
ਫਿਰ ਤਾਂ ਤੁਹਾਨੂੰ ਇੰਨਾ ਜ਼ਿਆਦਾ ਸੋਚਣ ਦੀ ਲੋੜ ਨਹੀਂ। ਹਾਂ, ਡਿਊ ਡਿਲੀਜੈਂਸ ਫਿਰ ਵੀ ਕਰਨ ਦੀ ਲੋੜ ਹੈ, ਪਰ ਇੰਨਾ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਜੇਕਰ ਤੁਸੀਂ ਉਸ ਘਰ ਦੇ ਵਿੱਚ ਘੱਟੋ-ਘੱਟ 4-5 ਸਾਲ ਰਹਿਣ ਦਾ ਤੁਹਾਡਾ ਪਲਾਨ ਹੈਗਾ, ਬਿਕੌਜ਼ ਦੈਟਸ ਯੂਰ ਪ੍ਰਾਇਮਰੀ ਰੈਜ਼ੀਡੈਂਸ। ਹਾਂ, ਜੇਕਰ ਤੁਸੀਂ ਐਜ਼ ਅ ਇਨਵੈਸਟਰ ਆਉਣਾ ਹੈ, ਫਿਕਸ ਫਲਿਪ ਕਰਨਾ ਹੈ, ਦੈਨ ਯੂ ਡੈਫੀਨਿਟਲੀ ਹੈਵ ਟੂ ਬੀ ਵੈਰੀ ਕੌਂਸ਼ੀਅਸ ਕਿ ਮਾਰਕੀਟ ਦੇ ਵਿੱਚ ਕੀ ਹੋ ਰਿਹਾ। ਬਟ ਫॉर ਦ ਪ੍ਰਾਇਮਰੀ ਰੈਜ਼ੀਡੈਂਸ ਯੂ ਡੂ ਹੈਵ ਟੂ ਡੂ ਯੂਰ ਡਿਊ ਡਿਲੀਜੈਂਸ, ਪਰ ਇੰਨਾ ਜ਼ਿਆਦਾ ਉਹਦੇ ਵਿੱਚ ਖੁੱਭਣ ਦੀ ਜਾਂ ਡਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹਨੂੰ 5 ਕੁ ਸਾਲ ਜੇ ਤੁਸੀਂ ਘਰ ਨੂੰ ਰੱਖੋਗੇ, ਸੋ ਯੂ ਕੈਨ ਨੈਵਰ ਲੂਜ਼ ਮਨੀ ਔਨ ਦੈਟ। ਸਾਊਂਡਸ ਗੁੱਡ। that's a really good valuable information। ਅਗਰ ਕਿਸੇ ਨੇ ਘਰ ਲੈਣਾ, ਮੈਂ ਵੀ ਲੈਣਾ, ਤਾਂ ਇਹ ਮੇਰੇ ਲਈ ਵੈਲਿਊ ਇਨਫੋਰਮੇਸ਼ਨ ਆ। ਅਗਰ ਯੈਸ। ਵੀਰੇ ਆਪਾਂ ਗੱਲ ਕਰਦੇ ਹਾਂ, ਕੁਛ ਬੰਦੇ ਕਹਿੰਦੇ ਆ ਕਿ ਯੂ ਹੈਵ ਇਫ ਯੂ ਆਰ ਫਸਟ ਟਾਈਮ ਹੋਮ ਬਾਇਰ ਤਾਂ ਤੁਹਾਨੂੰ 5% ਡਾਊਨ ਪੇਮੈਂਟ ਦੇਣੀ ਪੈਂਦੀ ਆ। ਕੁਛ ਕਹਿੰਦੇ ਕਿ ਤੁਸੀਂ 20% ਦੇਣੀ ਪੈਂਦੀ ਆ ਐਜ਼ ਗੋਇੰਗ ਟੂ ਦ ਫਾਰਮੂਲਾ। ਜਿੱਦਾਂ ਆਪਾਂ ਹਰ ਇੱਕ ਚੀਜ਼ ਬਾਏ ਕਰਦੇ ਆ, ਹੁੰਦਾ ਮੋਸਟਲੀ 20-4-10, ਰਾਈਟ? ਇੱਦਾਂ ਹੀ ਹੁੰਦਾ, ਰਾਈਟ? ਯੈਸ, ਜਿੱਦਾਂ ਆਪਾਂ ਨੋਰਮਲ ਛੋਟੀਆਂ ਚੀਜ਼ਾਂ ਲੈਂਦੇ ਆ। ਤੇ ਯੈਸ। ਵਟ ਡੂ ਯੂ ਥਿੰਕ ਕਿ ਅਗਰ ਆਪਾਂ ਘਰ ਦੀ ਗੱਲ ਕਰਦੇ ਆ ਤਾਂ ਉਹਦਾ ਕੀ ਸਿਸਟਮ ਹੋਊਗਾ? ਡਾਊਨ ਪੇਮੈਂਟ ਦੀ ਗੱਲ ਕਰ ਰਹੇ ਹੋ? ਤਾਂ ਹਾਂਜੀ, ਡਾਊਨ ਪੇਮੈਂਟ 5% ਹੁੰਦੀ ਹੈ ਕਿ 20% ਹੁੰਦੀ ਹੈ? ਡਾਊਨ ਪੇਮੈਂਟ ਡਿਪੈਂਡ ਕਰਦਾ ਹੁੰਦਾ ਹਰਪ੍ਰੀਤ। ਡਾਊਨ ਪੇਮੈਂਟ ਜੇ ਤਾਂ ਪ੍ਰਾਪਰਟੀ ਦੀ ਵੈਲਿਊ 5 ਲੱਖ ਤੱਕ ਹੈ, 5 ਲੱਖ ਹਾਂਜੀ। ਡਾਲਰ ਹੈ, 5 ਹੂੰ। ਲੱਖ ਜਾਂ ਉਸ ਤੋਂ ਥੱਲੇ ਹੈ, ਤਾਂ 5% ਦੇਣਾ ਪੈਂਦਾ ਮਿਨੀਮਮ। ਓਕੇ, ਓਕੇ, ਜੇਕਰ ਲੈਟਸ ਸੇ 8 ਲੱਖ ਹੈ, ਮਤਲਬ 5 ਲੱਖ ਤੋਂ ਲੈ ਕੇ ਪਿਛਲੇ 5 ਲੱਖ ਜਿਹੜਾ ਮਿਲੀਅਨ ਤੱਕ ਹੈ, ਉਹਦੇ ਤੇ 10% ਦੇਣਾ ਪੈਂਦਾ। ਸੋ ਹਾਂਜੀ। ਜੇਕਰ ਲੈਟਸ ਸੇ 9 ਲੱਖ ਦੀ ਪ੍ਰਾਪਰਟੀ ਹੈ, ਹੂੰ। ਸੋ ਪਹਿਲੇ 5 ਲੱਖ ਤੇ 5% ਦੇਣਾ ਪੈਣਾ, $25,000 ਹੋ ਗਿਆ। ਓਕੇ, ਪਿਛਲਾ 4 ਲੱਖ ਜਿਹੜਾ ਰਹਿ ਗਿਆ, ਉਹਦੇ ਓਕੇ, ਤੇ 10% ਦੇਣਾ ਪੈਣਾ। ਸੋ ਓਕੇ। 40,000 ਹੋ ਗਿਆ। ਸੋ 40 + 25, 9 ਲੱਖ ਦੀ ਪ੍ਰਾਪਰਟੀ ਤੁਹਾਨੂੰ ਘੱਟੋ ਘੱਟ $65,000 ਡਾਊਨ ਪੇਮੈਂਟ ਚਾਹੀਦੀ ਹੈ। So ਆਲਰਾਈਟ, 3 ਠੀਕ ਹੈ। brackets ਨੇ, there's 3 brackets. ਹੂੰ, First, the property value up to 500,000, that's ਹੂੰ, 5%. ਓਕੇ, Uh, ਜੇ 500 ਤੋਂ ਲੈ ਕੇ the 999,000 ਜਿਹੜੀ ਪਿਛਲੀ ਬ੍ਰੈਕਟ ਹੈ, ਉਹਦੇ ਲਈ 10% ਹੈ। ਓਕੇ, ਐਂਡ ਜੇਕਰ ਪ੍ਰਾਪਰਟੀ ਦੀ ਵੈਲਿਊ $1 ਮਿਲੀਅਨ ਜਾਂ ਮਿਲੀਅਨ ਤੋਂ ਉੱਪਰ ਚਲੀ ਗਈ, ਦੈਨ ਆਟੋਮੈਟਿਕਲੀ 20% ਹੈ। ਡਜ਼ਨਟ ਮੈਟਰ ਫਸਟ ਟਾਈਮ ਹੋਮ ਬਾਇਰ, ਸੈਕੰਡ ਟਾਈਮ ਹੋਮ ਬਾਇਰ, ਫਿਰ 20% ਹੀ ਦੇਣਾ ਪੈਣਾ ਜੇਕਰ ਮਿਲੀਅਨ ਤੋਂ ਉੱਪਰ ਪ੍ਰਾਪਰਟੀ ਦੀ ਵੈਲਿਊ ਹੋਗੀ ਸਾਰੇ ਕੈਨੇਡਾ ਦੇ ਵਿੱਚ। ਇਹ ਇਕੱਲਾ BC ਜਾਂ ਓਨਟਾਰੀਓ ਨਹੀਂ, ਤੁਸੀਂ ਕਿਧਰੇ ਵੀ ਕੈਨੇਡਾ ਦੇ ਵਿੱਚ ਹੈਗੇ ਹੋ, ਸੇਮ ਰੂਲ ਅਪਲਾਈਜ਼ ਟੂ ਐਵਰੀ ਪ੍ਰੋਵਿੰਸ। ਹਾਂ। ਸੋ ਬੇਸਿਕਲੀ ਇਟਸ ਕਾਈਂਡ ਆਫ ਟੈਕਸੇਸ਼ਨ ਸਿਸਟਮ। ਜਿੱਦਾਂ ਆਪਾਂ ਟੈਕਸ ਪੇ ਕਰਦੇ ਪਏ ਆ, ਰਾਈਟ? ਉਹਦਾ ਪਰਸੈਂਟੇਜ ਉਹਦਾ ਵੱਧਦੀ ਰਹਿੰਦੀ ਆ ਜਿੱਦਾਂ ਤੁਸੀਂ ਅਰਨ ਯੈਸ, ਕਰਦੇ ਹੋ, ਰਾਈਟ? ਯੈਸ, ਯੈਸ। ਓਕੇ, ਸਾਊਂਡਸ ਗੁੱਡ। ਬਾਕੀ ਵੀਰੇ ਤੁਹਾਨੂੰ ਕੀ ਲੱਗਦਾ, ਮਤਲਬ ਆਪਾਂ ਨਾਰਮਲੀ ਦੇਖੀਏ ਕਿ ਤੁਹਾਨੂੰ ਕੀ ਲੱਗਦਾ ਪ੍ਰਾਈਸਿਸ ਉੱਪਰ ਜਾਣਗੇ ਕਿ ਨਹੀਂ ਜਾਣਗੇ? ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਹੋ ਕਿ ਇਹ ਉੱਪਰ ਜਾ ਸਕਦੇ ਆ, ਥੋੜ੍ਹੇ ਜਿਹੇ ਸਟੇਬਲ ਹੋਣਗੇ, ਤਾਂ ਡੂ ਯੂ ਥਿੰਕ ਕਿ ਇਹ ਗੱਲ ਸਹੀ ਆ? ਮਤਲਬ ਹੁਣੀ ਬਾਏ ਕਰਨਾ ਚਾਹੀਦਾ ਜਾਂ ਵੇਟ ਕਰਨਾ ਚਾਹੀਦਾ ਅਗਰ ਕਿਸੇ ਨੇ ਘਰ ਬਾਏ ਕਰਨਾ ਇਸ ਟਾਈਮ ਤੇ? ਬਾਏ ਮੈਂ ਹਮੇਸ਼ਾ ਕਹਿੰਦਾ ਹੁੰਦਾ, ਬਾਏ ਉਦੋਂ ਕਰੋ ਜਦੋਂ ਤੁਹਾਡੀ ਪਾਕਟ ਤੁਹਾਨੂੰ ਅਲਾਉ ਕਰਦੀ ਹੈ, ਜਦੋਂ ਤੁਹਾਡੀ ਇਨਕਮ ਤੁਹਾਨੂੰ ਅਲਾਉ ਕਰਦੀ ਹੈ, ਜਦੋਂ ਤੁਹਾਡਾ ਬਜਟ ਜਿਹੜਾ ਆ ਉਹ ਗੁੱਡ ਹੈ। ਉਹ ਹੁਣ ਵੀ ਹੋ ਸਕਦਾ, ਉਹ 6 ਮਹੀਨੇ ਬਾਅਦ ਵੀ ਹੋ ਸਕਦਾ। ਮਾਰਕੀਟ ਘੱਟ ਮੈਟਰ ਕਰਦੀ ਹੈ। ਤੁਹਾਡੀ ਜੌਬ ਸਿਕਿਉਰਿਟੀ, ਤੁਹਾਡੀ ਡਾਊਨ ਪੇਮੈਂਟ ਅਤੇ ਤੁਸੀਂ ਕਿਸ ਮਾਈਂਡਸੈਟ ਦੇ ਨਾਲ ਬਾਏ ਕਰ ਰਹੇ ਹੋ, ਦੈਟ ਵਾਟ ਉਹ ਜ਼ਿਆਦਾ ਮੈਟਰ ਕਰਦਾ। ਠੀਕ ਹੈ, ਇਸ ਵੇਲੇ ਬਾਏ ਕਰ ਸਕਦੇ ਹੋ, ਡੈਫੀਨਿਟਲੀ ਬਾਏ ਕਰ ਸਕਦੇ ਹੋ, ਐਜ਼ ਲੌਂਗ ਐਜ਼ ਯੂ ਪਲੈਨਿੰਗ ਟੂ ਲਿਵ ਇਨ ਦੈਟ ਪ੍ਰੋਪਰਟੀ ਫॉर ਐਟਲੀਸਟ ਨੈਕਸਟ 5 ਇਅਰਸ, ਤੇ ਤੁਸੀਂ ਉਸ ਪ੍ਰਾਪਰਟੀ ਨੂੰ 5 ਸਾਲ ਲਈ ਹੋਲਡ ਕਰ ਸਕਦੇ ਹੋ ਆਪਣੀ ਇਨਕਮ ਦੇ ਨਾਲ। ਯੂ ਕੈਨ ਗੋ ਓਕੇ। ਅਹੈਡ ਐਂਡ ਬਾਏ ਟੁਡੇ, ਨੋ ਪ੍ਰੋਬਲਮ। ਤਾਂ ਉਹ ਜਿਹੜਾ ਆਪਾਂ ਚਲੋ ਮੰਨ ਲਓ ਘਰ ਬਾਏ ਕਰਨਾ, ਮੈਂ ਡਿਸਾਈਡ ਕਰ ਲਿਆ ਕਿ ਮੇਰੇ ਕੋਲ ਪੈਸੇ ਵੀ ਆ ਗਏ ਆ, ਯੈਸ। ਮੇਰੇ ਕੋਲ ਸਾਰੇ ਆਪਣੀ ਸਟੇਬਿਲਿਟੀ ਜਿਹੜੀ ਸਾਰਾ ਕੁਝ ਸੀਗਾ ਮੇਰੇ ਕੋਲ ਆ ਗਿਆ, ਰਾਈਟ? ਹੂੰ। ਮੈਂ ਡਾਊਨ ਪੇਮੈਂਟ ਵੀ ਦੇ ਦੇਣੀ ਆ, ਮੈਨੂੰ ਕੋਈ ਦਿੱਕਤ ਯੈਸ। ਨਹੀਂ ਆ, ਮੇਰੇ ਕੋਲ ਸੋਰਸ ਵੀ ਹੈਗਾ। ਤਾਂ ਹਾਊ ਡੂ ਯੂ ਥਿੰਕ ਕਿ ਉਹਦਾ ਏਰੀਆ ਐਂਡ ਲੋਕੇਸ਼ਨ ਆਪਾਂ ਕਿੱਦਾਂ ਚੂਜ਼ ਕਰੀਏ? ਕਿਉਂਕਿ ਮੋਸਟਲੀ ਸਾਰਿਆਂ ਨੂੰ ਇਹੀ ਹੁੰਦਾ, ਕੋਈ ਕਹਿ ਦਿੰਦਾ ਕਿ ਮੈਨੂੰ ਡਾਊਨਟਾਊਨ ਦੇ ਨੇੜੇ ਤੇੜੇ ਘਰ ਲੈਣਾ ਚਾਹੀਦਾ ਕਿਉਂਕਿ ਦਿਸ ਇਜ਼ ਗੋਨਾ ਬੀ ਹਾਈਕਡ ਅਪ, ਪ੍ਰਾਈਸ ਇਜ਼ ਗੋਨਾ ਬੀ ਹਾਈਕਡ ਅਪ। ਕਈ ਕਹਿੰਦੇ ਆ ਨਹੀਂ ਆਪਾਂ ਨੂੰ ਇੱਦਾਂ ਲੈਣਾ ਚਾਹੀਦਾ ਕਿ ਥੋੜ੍ਹਾ ਜਿਹਾ ਕੰਟਰੀ ਸਾਈਡ ਲੈਣਾ ਚਾਹੀਦਾ ਕਿਉਂਕਿ ਜਿੱਦਾਂ ਇੱਦਾਂ ਆਬਾਦੀ ਵਧੂਗੀ, ਘਰ ਅੱਗੇ ਫੈਲਦੇ ਜਾਣਗੇ। ਵਟ ਡੂ ਯੂ ਥਿੰਕ? ਤੁਹਾਡੇ ਤੇ ਕੀ ਵਿਚਾਰ ਹੈ? ਵੈਰੀ ਪਰਸਨਲ ਚੋਇਸ, ਇਟਸ ਵੈਰੀ ਵੈਰੀ ਪਰਸਨਲ ਪਰਸਨਲ ਚੋਇਸ। ਚੋਇਸ। ਹਰੇਕ ਜਗ੍ਹਾ ਦੇ ਆਪਣੇ ਪ੍ਰੋਜ਼ ਐਂਡ ਕੌਨਸ ਹੁੰਦੇ ਨੇ। ਓਬਵੀਅਸਲੀ ਜਿੰਨਾ ਤੁਸੀਂ ਸਿਟੀ ਦੇ ਸੈਂਟਰ ਪੁਆਇੰਟ ਦੇ ਲਾਗੇ ਲਓਗੇ, ਇਟਸ ਗੋਨਾ ਬੀ ਐਕਸਪੈਂਸਿਵ। ਘੱਟ ਜਿੰਨਾ ਤੁਸੀਂ ਡਾਊਨਟਾਊਨ ਜਾਂ ਡਾਊਨਟਾਊਨ ਦੇ ਲਾਗੇ ਲਓਗੇ, ਉਨੇ ਅਮਾਉਂਟ ਦੇ ਵਿੱਚ ਜਿਹੜਾ ਤੁਸੀਂ ਪੈਸੇ ਖਰਚਣੇ ਨੇ, ਤੁਹਾਡੇ ਕੋਲ ਥੋੜਾ ਲੈਂਡ ਸਾਈਜ਼ ਛੋਟਾ ਆਊਗਾ ਤੇ ਬਿਲਡਿੰਗ ਪੁਰਾਣੀ ਹੋਊਗੀ। ਜਿਵੇਂ ਤੁਸੀਂ ਕੰਟਰੀ ਸਾਈਡ ਮੂਵ ਹੁੰਦੇ ਜਾਓਗੇ, ਇਨ ਦ ਸੇਮ ਅਮਾਉਂਟ ਯੂ ਵਿਲ ਗੈਟ ਬਿਗਰ ਪ੍ਰਾਪਰਟੀ ਐਂਡ ਨਿਊਅਰ ਪ੍ਰਾਪਰਟੀ। ਦੈਟਸ ਦ ਓਨਲੀ ਡਿਫਰੈਂਸ। ਡਾਊਨਟਾਊਨ ਦੇ ਕੋਲ ਜਾਂ ਮੇਨ ਸ਼ਹਿਰ ਦੇ ਵਿੱਚ ਜਿਹੜੇ ਨੇ, ਓਬਵੀਅਸਲੀ ਪ੍ਰਾਈਸ ਜ਼ਿਆਦਾ ਹੁੰਦੇ ਨੇ। ਸੋ ਜੇ ਤੁਸੀਂ ਲੱਖ 1 ਮਿਲੀਅਨ ਦੀ ਪ੍ਰਾਪਰਟੀ ਲੈਣੀ ਹੈ ਤਾਂ ਤੁਹਾਨੂੰ ਥੋੜੀ ਜਿਹੀ ਛੋਟੀ ਤੇ ਥੋੜੀ ਜਿਹੀ ਪੁਰਾਣੀ ਮਿਲੂਗੀ। ਉਸੇ ਮਿਲੀਅਨ ਦੇ ਵਿੱਚ ਜੇਕਰ ਤੁਸੀਂ ਸਿਟੀ ਤੋਂ ਅੱਧਾ ਘੰਟਾ ਬਾਹਰ ਮੂਵ ਹੋ ਜਾਵੋ ਤਾਂ ਤੁਹਾਨੂੰ ਵੱਡੀ ਪ੍ਰਾਪਰਟੀ ਤੇ ਥੋੜੀ ਜਿਹੀ ਨਵੀਂ ਪ੍ਰਾਪਰਟੀ ਮਿਲ ਜੂਗੀ। ਸੋ ਅਗੇਨ ਪਲੱਸ ਡਿਪੈਂਡ ਕਰਦਾ ਹੁਣ ਤੁਹਾਡੇ ਇੰਡੀਵਿਜੂਅਲ ਦੇ ਕੰਮ ਦੇ ਉੱਤੇ। ਇਫ ਦਾ ਫੈਮਿਲੀ ਹੈਜ਼ ਕਿਡਸ, ਕਿੱਦਾਂ ਦਾ ਸਕੂਲਿੰਗ ਉਹਦਾ ਦੀ, ਕਿੱਦਾਂ ਦੇ ਸਕੂਲ ਡਿਸਟ੍ਰਿਕਟ ਤੁਹਾਨੂੰ ਚਾਹੀਦਾ ਹੈ, ਤੇ ਯੂ ਨੋ ਆਲ ਦੋਸ ਕਾਈਂਡ ਆਫ ਥਿੰਗਸ। ਜੇ ਫੈਮਿਲੀ ਪਬਲਿਕ ਟ੍ਰਾਂਜ਼ਿਟ ਤੇ ਡਿਪੈਂਡ ਕਰਦੀ ਹੈ, ਸੋ ਲਾਈਕ ਯੂ ਨੋ ਦੇयर ਸੋ ਮੈਨੀ ਡਿਫਰੈਂਟ ਜਿਹੜੇ ਕੁਐਸਚਨ ਨੇ ਹੋ ਸਕਦੇ ਨੇ ਇਹਦੇ ਤੇ ਵੀ, ਕਿਹੜੀ ਫੈਮਿਲੀ ਦੇ ਲਈ ਕਿਹੜੀ ਜਗ੍ਹਾ ਜਿਹੜੀ ਉਹ suitable
ਅਫੋਰਡੇਬਲ ਹੋ ਸਕਦੀ ਆ। ਸਾਊਂਡਸ ਗੁੱਡ। ਤੇ ਅਗਰ ਇਹ 'ਚ ਕੋਈ ਤੁਹਾਡੇ ਹਿਸਾਬ ਨਾਲ ਕੋਈ ਇਹ 'ਚ ਏਜ ਵੀ ਹੋਣੀ ਚਾਹੀਦੀ ਆ? ਅਗਰ ਮੈਂ ਕਹਿ ਦਾਂ ਕਿ ਮੈਂ 25 ਈਅਰਸ ਓਲਡ ਹਾਂ, ਤਾਂ ਮੈਨੂੰ ਹੁਣ ਘਰ ਬਾਏ ਕਰਨਾ ਚਾਹੀਦਾ ਜਾਂ ਮੈਨੂੰ ਵੇਟ ਕਰਨੀ ਚਾਹੀਦੀ ਆ? ਮੈਨੂੰ ਕੁਛ ਆਪਣੇ ਲਾਈਫ 'ਤੇ ਸੈੱਟ ਕਰਨਾ ਚਾਹੀਦਾ, ਮਤਲਬ ਗੋਲਸ ਵਗੈਰਾ 'ਤੇ ਫੋਕਸ ਕਰਨਾ ਚਾਹੀਦਾ, ਜਾਂ ਮੈਨੂੰ ਇੱਕ ਵਾਰੀ ਘਰ ਲੈਣਾ ਚਾਹੀਦਾ? ਤੁਸੀਂ ਐਕਸਪੀਰੀਅੰਸਡ ਹੋ, ਤਾਂ ਕਰਕੇ ਮੈਂ ਤੁਹਾਡੇ ਤੋਂ ਇਹ ਕੁਐਸਚਨ ਕਰ ਰਿਹਾ ਕਿ ਮੈਨੂੰ ਨਹੀਂ ਪਤਾ ਇਸ ਟਾਈਮ 'ਤੇ ਕਿ ਮੇਰੇ ਲਈ ਕੀ ਵਧੀਆ, ਘਰ ਲੈਣਾ ਜਾਂ ਆਪਣਾ ਗੋਲਸ 'ਤੇ ਫੋਕਸ ਕਰਨਾ, ਜਾਂ ਦੋਨਾਂ ਨੂੰ ਇੱਕ ਵਾਰੀ 'ਚ ਹੀ ਕੰਮ ਕਰਨਾ? ਸਭ ਤੋਂ ਪਹਿਲਾਂ ਤੇ ਆਪਣੀ ਪ੍ਰਾਇਓਰਟੀ ਸੈੱਟ ਕਰਨੀ ਪੈਣੀ ਹੈ। ਪ੍ਰਾਇਓਰਟੀ ਕੀ ਹੈ ਤੁਹਾਡੀ? ਲਾਈਕ ਜੇ ਤੁਹਾਡਾ ਗੋਲ ਕੀ ਹੈ, ਤੁਸੀਂ ਜੇ ਲਾਈਫ 'ਚ ਕਹਿੰਦੇ ਹੋ ਲਾਈਫ ਸੈੱਟ ਕਰਨੀ ਹੈ, ਬਿਜ਼ਨਸ ਕਰਨਾ ਤੁਸੀਂ, ਜਾਂ ਕਿਹੜਾ ਗੋਲ ਹੈ ਤੇ ਉਹਦੇ ਤੇ ਕੀ ਕਰ ਰਹੇ ਹੋ, ਲਾਈਕ ਹਨਾ। ਕਿਉਂਕਿ ਜੇ ਤਾਂ ਤੁਸੀਂ ਜਦ ਤੱਕ ਤੁਹਾਡੀ ਪ੍ਰਾਇਓਰਟੀ ਸੈੱਟ ਨਹੀਂ, ਉਦ ਤੱਕ ਮੁਸ਼ਕਲ ਹੈ ਕੰਮ। ਘਰ ਲੈਣਾ ਪ੍ਰਾਇਓਰਟੀ ਹੈ, ਕਿਉਂਕਿ ਘਰ ਵੀ ਇੱਕ ਹਿਸਾਬ ਦਾ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਰੀਅਲ ਐਸਟੇਟ ਇੱਕ ਬਿਜ਼ਨਸ ਹੈ। ਓਕੇ। ਜਿੱਥੋਂ ਅਸੀਂ ਆਏ ਹਾਂ, ਇੰਡੀਆ ਤੋਂ ਅਸੀਂ ਆਏ ਹਾਂ, ਉੱਥੇ ਸਾਡੇ ਬਹੁਤ ਸਾਰੇ ਇਮੋਸ਼ਨਸ ਜੁੜੇ ਹੁੰਦੇ ਸੀ। ਇੱਕ ਘਰ ਹੁੰਦਾ ਸੀ, ਉਹਦੇ 'ਚ ਹੀ ਸਾਡੇ ਦਾਦੇ-ਬਾਬੇ ਰਹਿੰਦੇ ਸੀ, ਉਹਦੇ 'ਚ ਹੀ ਅਸੀਂ ਜਾਂ ਉਹਦੇ 'ਚ ਹੀ ਸਾਡੇ ਮਾਂ-ਪਿਓ ਸਾਰੇ ਹੁੰਦੇ ਸੀਗੇ। ਇੱਥੇ ਔਨ ਐਵਰੇਜ ਹਰੇਕ ਬੰਦਾ 5 ਤੋਂ 7 ਸਾਲ ਬਾਅਦ ਆਪਣਾ ਘਰ ਚੇਂਜ ਕਰ ਲੈਂਦਾ, Yeah, that's right. ਰਾਈਟ? ਤੇ ਓਵਰ ਲਾਸਟ 2 ਸੈਂਚੁਰੀਜ਼ ਆਈ ਗੈਸ ਅਬਾਊਟ 90% ਜਿਹੜੇ ਦੁਨੀਆ ਦੇ ਮਿਲੀਅਨਰਸ ਨੇ, ਦੇ ਆਰ ਮੇਡ ਫਰਮ ਦ ਰੀਅਲ ਐਸਟੇਟ, ਐਂਡ ਦੈਟਸ ਹਾਊ ਦੇ ਮੇਡ। ਯੂ ਸਟਾਰਟ ਫਰਮ ਦ ਵਨ ਹਾਊਸ। Okay. Start from one house, you hold it for 4 to 5 years ਜਦੋਂ ਮਾਰਕੀਟ ਐਪਰੀਸ਼ੀਏਟ ਹੁੰਦੀ ਹੈ, you sell it, you pull the money out, you sell one, you buy two। ਠੀਕ ਹੈ? ਸੋ ਇਹ ਤਾਂ ਹੀ ਮੈਂ ਕਹਿੰਦਾ ਵੀ ਇਹ ਹੁਣ ਇੰਡੀਵਿਜੂਅਲ ਦੀ ਪ੍ਰਾਇਓਰਟੀ ਹੈ ਕਿ ਉਹ ਕਰਨਾ ਕੀ ਚਾਹੁੰਦੇ ਨੇ। ਕਿਉਂਕਿ ਰੀਅਲ ਐਸਟੇਟ ਕੈਨ ਬੀ ਅ ਬਿਜ਼ਨਸ ਐਸ ਵੈਲ, ਐਂਡ ਰੀਅਲ ਐਸਟੇਟ ਇਜ਼ ਅ ਬਿਜ਼ਨਸ ਐਸ ਵੈਲ। ਤੁਸੀਂ ਇੱਥੇ ਹੈਗੇ, ਤੁਹਾਨੂੰ ਪਤਾ ਸਾਡੇ ਕੋਲ ਕਿੰਨੀਆਂ ਵੱਡੀਆਂ ਰੀਟਸ ਹੈਗੀਆਂ ਨੇ, ਰੀਅਲ ਐਸਟੇਟ ਇਨਵੈਸਟਮੈਂਟ ਜਿਹੜੀਆਂ ਆਪਣੇ Yeah. ਨੈਸਡੈਕ ਹੈਗੀਆਂ ਨੇ। ਇਟਸ ਅ ਬਿਜ਼ਨਸ, ਇਟਸ ਅ ਹੋਲ ਹਿਊਜ ਬਿਜ਼ਨਸ ਨਾਰਥ ਅਮਰੀਕਾ ਵਾਈਡ। ਤੇ ਇਹ ਹੁਣ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਜੀ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਤੁਹਾਡੀ ਪ੍ਰਾਇਓਰਟੀ ਕਿੱਧਰ ਨੂੰ ਹੈ, ਤੁਹਾਡਾ ਗੋਲ ਕੀ ਹੈ, ਤੁਹਾਡਾ ਫੋਕਸ ਕੀ ਹੈ। ਸੋ ਲੋਕ ਬਾਏ ਕਰਦੇ ਨੇ। ਮੇਰੇ ਕੋਲ ਇੱਥੇ ਕਲਾਇੰਟ ਹੈਗੇ ਨੇ ਜਿਨ੍ਹਾਂ ਦੇ ਹਾਲੇ ਦੇ ਆਰ ਲਾਈਕ 21, 22 ਐਂਡ ਦੇ ਆਲਰੇਡੀ ਬਾਟ देयर ਫਰਸਟ ਹਾਊਸ, ਦੈਟਸ ਵਾਟ ਦੇ ਵਾਂਟਡ ਟੂ ਡੂ। ਹਾਲੇ Okay. ਸਟੂਡੈਂਟ ਨੇ, ਪੀਆਰ ਆਇਆ, ਉਹਨਾਂ ਨੇ ਪੈਸੇ ਸੇਵ ਕੀਤੇ ਹੋਏ ਸੀਗੇ। ਦੇ ਗਾਟ ਅਪਾਰਟਮੈਂਟ ਫॉर 450,000, 1 bedroom apartment, boom, they started with it, right? Nice, nice, nice. That was So quick, by the way. ਪਰਸਨਲ ਪ੍ਰਾਇਓਰਟੀਜ਼ ਹੁੰਦੀਆਂ ਨੇ ਤੁਹਾਡੀਆਂ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਅਗਰ ਮੈਂ ਤੁਹਾਨੂੰ ਮਤਲਬ ਸਾਡੀ ਫੀਲਿੰਗ ਦੱਸਾਂ, ਮੋਸਟਲੀ ਜਿਹੜੇ ਮੰਨ ਲਓ ਸਟੂਡੈਂਟਸ ਆਉਂਦੇ ਆ ਇੱਥੇ, ਹਨਾ, ਜ਼ਿਆਦਾਤਰ ਜੀ। ਉਹ 6-7 ਜਾਣੇ ਆ ਜਾਂਦੇ ਆ ਇੱਕ ਘਰ ਦੇ ਵਿੱਚ। ਮੈਂ ਤਾਂ ਇੱਕ ਬੰਦੇ ਨੂੰ ਜਾਣਦਾ, ਇੱਕ ਮੇਰਾ ਫਰੈਂਡ ਆ, ਮੈਂ ਨਾਮ ਨਹੀਂ ਲਊਂਗਾ ਉਹਦਾ। 9 ਬੰਦੇ ਇੱਕ ਘਰ 'ਚ ਰਹਿੰਦੇ ਪਏ, 9 ਬੰਦੇ। ਯੈਸ। 9 ਬੰਦੇ। ਸਾਰਾ ਉਹਨਾਂ ਦਾ ਘਰ ਹੈਗਾ 4 ਤੋਂ 5 ਬੈਡਰੂਮ, ਮੈਕਸ 4 ਬੈਡਰੂਮ ਹੈ ਉਹਨਾਂ ਦੇ, ਆਈ ਥਿੰਕ, 5 ਬੈਡਰੂਮ ਨਹੀਂ, 4 ਬੈਡਰੂਮ ਹੈ। 9 ਬੰਦੇ ਘਰ 'ਚ ਰਹਿੰਦੇ ਪਏ ਆ। ਅਗਰ ਆਪਾਂ ਉਹਨਾਂ ਦਾ ਐਸਟੀਮੇਟ ਲਗਾਈਏ ਕਿ ਪਰ ਹੈਡ $400 ਵੀ ਬੰਦਾ ਪੇ ਕਰਦਾ, ਠੀਕ ਹੈ, $4,500 they are paying each month to rental property, but they are not getting anything, ਹਨਾ? ਤਾਂ ਅਗਰ ਮੈਂ ਗੱਲ ਕਰਾਂ ਕਿ I'm paying $3,000 every month for the rental property, ਤਾਂ isn't it better ਕਿ ਮੈਂ ਇੱਕ ਆਪਣਾ ਖੁਦ ਦਾ ਘਰ ਲਵਾਂ ਤੇ ਆਪਦੇ ਖੁਦ ਦੇ ਘਰ 'ਚ ਇਨਵੈਸਟ ਕਰਾਂ, ਰਾਈਟ? ਉੱਦਾਂ ਵੀ ਰੈਂਟ 'ਤੇ ਮੈਂ ਪੈਸੇ ਦਿੰਦਾ ਪਿਆ, ਪਰ ਮੈਨੂੰ ਇਹ ਲੱਗਦਾ ਪਿਆ ਹਾਊਸਿੰਗ ਮਾਰਕੀਟ ਥੱਲੇ ਜਾਣੀ ਆ, ਮੈਂ ਉਦੋਂ ਜਾ ਕੇ ਘਰ ਲਊਂਗਾ। ਪਰ ਮੈਂ ਪਹਿਲਾਂ ਹੀ ਰੈਂਟ 'ਤੇ ਇੰਨਾ ਪੈਸਾ ਆਪਦਾ ਦਿੰਦਾ ਪਿਆ, ਜਿਹੜਾ ਕਿ ਮੇਰੇ ਕੋਲ ਵਾਪਸ ਕਦੇ ਨਹੀਂ ਆਉਣਾ, ਜਿਹੜਾ ਕਿ ਇਨਵੈਸਟ ਵੀ ਨਹੀਂ ਹੋ ਰਿਹਾ, ਜਿਹੜਾ ਕਿ ਬਸ ਜਾ ਰਿਹਾ। ਨਹੀਂ, ਡੈਫੀਨਿਟਲੀ ਇਟ ਮੇਕਸ ਸੈਂਸ, ਰਾਈਟ? ਇਟ ਮੇਕਸ ਸੈਂਸ ਕਿ ਤੁਸੀਂ ਆਪਣਾ ਘਰ ਲਓ ਤੇ ਐਟਲੀਸਟ ਤੁਹਾਡਾ ਆਪਣਾ ਹੈਗਾ। ਕੱਲ ਨੂੰ ਜਦੋਂ ਮਾਰਕੀਟ ਉੱਪਰ ਜਾਣੀ ਹੈ, ਵੈਲਿਊ ਐਪਰੀਸ਼ੀਏਟ ਹੋਣੀ ਹੈ ਮਾਰਕੀਟ ਦੀ, ਸੋ ਯੂ ਵਿਲ ਬੀ ਏਬਲ ਟੂ ਟੇਕ ਦ ਐਡਵਾਂਟੇਜ ਆਫ ਦੈਟ ਇਕੁਇਟੀ ਦੈਟ ਇਜ਼ ਗੋਇੰ ਟੂ ਬੀ ਬਿਲਟ ਇਨਟੂ ਦੈਟ ਪ੍ਰੋਪਰਟੀ ਵਾਈਲ ਦ ਮਾਰਕੀਟ ਇਜ਼ ਗੋਇੰਗ ਅਪ। Yeah. ਇਸ ਵੇਲੇ ਲੋਕਾਂ ਦਾ ਮਾਈਂਡਸੈਟ ਇਹ ਹੈ ਵੀ ਹੋਰ ਥੱਲੇ ਆਉਣਗੇ। ਹੋਰ ਥੱਲੇ ਕਿੱਦਾਂ ਆਉਣਗੇ? ਜੇ ਆਏ ਤਾਂ ਪ੍ਰਾਈਸ, ਇੱਕ ਮਿੰਟ ਹਰਪ੍ਰੀਤ, ਇੰਟਰਸਟ ਰੇਟ ਹੋਰ ਵਧੂਗਾ, ਇੰਟਰਸਟ ਰੇਟ ਵਧੂਗਾ ਤੇ ਪ੍ਰਾਈਸ ਹੋਰ ਥੱਲੇ ਆਉਣਗੇ, Okay. ਰਾਈਟ? ਬਿਕਾਜ਼ ਇੰਟਰਸਟ ਰੇਟ ਇਜ਼ ਦ ਬਿਗੇਸਟ ਫੈਕਟਰ ਰਾਈਟ ਨਾਓ। ਜਿਹੜੀ ਮਾਰਕੀਟ ਸਲੋ ਹੋਈ ਹੈ ਉਹਦੇ ਪਿੱਛੇ ਵਧੇ ਹੋਏ ਇੰਟਰਸਟ ਰੇਟ ਹੈਗੇ ਨੇ। ਹੁਣ ਚਾਹੇ ਇੰਟਰਸਟ ਰੇਟ ਵਧੇ ਹੋਏ ਨੇ, ਘਰਾਂ ਦੀ ਮਾਰਕੀਟ ਥੱਲੇ ਆ ਗਈ ਹੈ, ਪਰ ਇਸ ਵੇਲੇ ਤੁਹਾਡੇ ਲਈ ਮੋਰਗੇਜ ਲੈਣਾ ਉਨਾ ਹੀ ਔਖਾ ਹੈ। ਕਿਉਂਕਿ ਇਸ ਵੇਲੇ ਜੇਕਰ ਕਿਸੇ ਨੇ 5 ਲੱਖ ਦੀ ਵੀ ਮੋਰਗੇਜ ਲੈਣੀ ਹੈ, 5 ਲੱਖ 'ਚ ਬਹੁਤਾ ਕੁਛ ਆਉਂਦਾ ਨਹੀਂ ਵੱਡੇ ਸ਼ਹਿਰਾਂ ਦੇ ਵਿੱਚ, ਪਰ ਗੱਲ Yeah. ਕਰਦੇ ਹਾਂ 5 ਲੱਖ ਦੀ ਵੀ ਮੋਰਗੇਜ ਲੈਣੀ ਹੈ, ਤੁਹਾਨੂੰ 1,25,000 ਦੀ ਇਨਕਮ ਚਾਹੀਦੀ ਹੈ ਇੰਡੀਵਿਜੂਅਲ ਦੀ, ਟੂ ਗੈਟ ਅਪਰੂਵਡ ਫॉर 500,000 ਮੋਰਗੇਜ ਵਿਦ ਮਿਨੀਮਮ ਡਾਊਨ ਪੇਮੈਂਟ। Okay. ਹਰਪ੍ਰੀਤ, ਕਿੰਨੇ ਕੁ ਇੰਡੀਵਿਜੂਅਲ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਦੀ 1,25,000 ਇਨਕਮ ਹੈਗੀ ਹੈ ਤੁਹਾਡੇ ਫਰੈਂਡ ਸਰਕਲ ਦੇ ਵਿੱਚ? Maybe 2 or 3, maybe 2 or that's 3, it. ਰਾਈਟ? Like ਮੇਰਾ ਫਰੈਂਡ ਸਰਕਲ ਬਹੁਤ ਵੱਡਾ, ਪਰ 2 or ਹਾਂ, 3 ਪਰ max. ਸਟਿਲ 2 ਤੋਂ 3 ਹੋਣਗੇ। ਆਮ ਸ਼ੋਰ ਤੁਹਾਡੇ ਘੱਟੋ ਘੱਟ 35-40 ਬੰਦੇ ਤੁਸੀਂ ਜਾਣਦੇ ਹੋਣਗੇ ਫਰੈਂਡ ਸਰਕਲ ਦੇ ਵਿੱਚ, ਉਹਨਾਂ 'ਚ ਸਿਰਫ 2 ਜਾਂ 3 ਹੋਣਗੇ, ਬਾਕੀ 37-38 ਹੁਣ ਕੀ ਕਰਨਗੇ? ਇਟਸ ਹਾਰਡ ਫॉर ਦੈਮ, That's ਰਾਈਟ? right. That's ਸੋ right. ਅਫੋਰਡੇਬਿਲਿਟੀ ਦਾ ਇਸ਼ੂ ਉੱਥੇ ਦਾ ਉੱਥੇ ਹੀ ਹੈਗਾ ਘਰਾਂ ਦੇ। ਚਾਹੇ ਜਿਹੜੇ ਹੁਣ ਲੋਕ ਵਿਸ਼ ਕਰ ਰਹੇ ਨੇ ਕਿ ਪ੍ਰਾਈਸ ਹੋਰ ਥੱਲੇ ਆਣ, ਹੋਰ ਥੱਲੇ ਆਣ,
ਪਰ ਐਟ ਦ ਸੇਮ ਟਾਈਮ ਤੁਹਾਡੀ ਇਨਕਮ ਰਿਕੁਆਇਰਮੈਂਟ ਵੀ ਵੱਧ ਰਹੀ ਹੈ, ਠੀਕ ਹੈ। ਤੁਸੀਂ ਜਿਹੜੀ ਡਾਊਨ ਪੇਮੈਂਟ ਦੇਣੀ ਆ ਉਹ ਤੁਸੀਂ ਘੱਟ ਦਵੋਗੇ, ਕਿਉਂਕਿ ਜਿਹੜੀ ਪ੍ਰੋਪਰਟੀ ਪਹਿਲਾਂ 7 ਲੱਖ ਦੀ ਸੀ ਉਹ ਹੁਣ 5 ਲੱਖ ਦੀ ਹੋ ਗਈ। ਸੋ $2 ਲੱਖ ਤੇ ਘੱਟ ਹੁਣ ਤੁਸੀਂ ਡਾਊਨ ਪੇਮੈਂਟ ਦਵੋਗੇ। you'll be saving some money there, but at the same time you'll be paying all that money into the interest rate every month. ਇੰਟਰਸਟ ਰੇਟ ਜ਼ਿਆਦਾ ਜਾ ਰਿਹਾ ਹੁਣ। That's right. So what are you doing now? ਤੁਸੀਂ ਆਪਣੇ ਘਰ ਦੀ ਪ੍ਰਿੰਸੀਪਲ ਅਮਾਉਂਟ ਨਹੀਂ ਪੇ ਡਾਊਨ ਕਰ ਰਹੇ ਹੈਗੇ। You are paying more to the bank now for borrowing that money. ਸੋ ਪੰਜਾਬੀ ਚ ਕਹਿ ਲਈਏ, ਕੰਨ ਇਧਰੋਂ ਫੜ ਲਓ ਚਾਹੇ ਇਧਰੋਂ ਫੜ ਲਓ, ਗੱਲ ਉੱਥੇ ਦੀ ਉੱਥੇ ਹੀ ਹੈ। ਗੱਲ ਸੇਮ ਹੈ। Nothing has really changed. ਭੀੜ ਉਨੀ So ਲੱਗਣੀ ਹੈ, ਚਾਹੇ ਤੁਸੀਂ ਏਦਾਂ ਮੰਨ ਲਓ ਚਾਹੇ ਤੁਸੀਂ ਓਦਾਂ ਮੰਨ ਲਓ, ਰਾਤ ਤਾਂ ਸੇਮ ਹੀ ਜਾਣਾ। ਚੀਜ਼ ਸੇਮ ਹੀ ਪਈ ਆ ਉੱਥੇ। ਹਾਂ ਠੀਕ ਹੈ, ਡਾਊਨ ਪੇਮੈਂਟ ਜਿਹੜੀ ਤੁਸੀਂ ਦੇਣੀ ਸੀਗੀ ਉਹ ਤੁਹਾਡੀ ਹੁਣ ਤੁਸੀਂ 40-50 ਹਜ਼ਾਰ ਚਲੋ ਘੱਟ ਦਿੱਤੀ ਆ, ਆਈ ਐਗਰੀ ਵਿਦ ਦੈਟ, ਬਟ ਐਟ ਦ ਸੇਮ ਟਾਈਮ ਹੁਣ ਤੁਸੀਂ ਇੰਟਰਸਟ ਰੇਟ ਤਾਂ ਅਗਲੇ 2-3 ਸਾਲ ਜਿਹੜਾ ਜ਼ਿਆਦਾ ਦੇਣਾ ਉਹ ਗੱਲ ਉੱਥੇ ਹੀ ਆ ਪੈਣੀ, ਕੋਈ ਬਾਹਲਾ ਫਰਕ ਨਹੀਂ ਪੈਣਾ ਹੈਗਾ। ਓਕੇ, ਸਾਊਂਡਸ ਗੁੱਡ। ਉਹ ਵੀ ਗੱਲ ਠੀਕ ਹੈ ਵੀਰੇ। ਇੱਕ ਨਾ ਮੈਂ ਤੁਹਾਡੀ ਕੱਲ ਵੀਡੀਓ ਦੇਖੀ ਸੀ, ਠੀਕ ਹੈ ਨਾ, ਮੈਂ ਤੁਹਾਨੂੰ ਦੱਸ ਰਿਹਾ ਸੀ ਮੈਂ ਤੁਹਾਡੀ YouTube ਤੇ ਵੀਡੀਓਜ਼ ਦੇਖੀਆਂ, ਤਾਂ ਤੁਸੀਂ ਉੱਥੇ ਗੱਲ ਕੀਤੀ ਸੀ ਕਿ ਜਿਹੜੇ ਰੀਅਲਟਰ ਲਾਈਫ ਦੇ ਵਿੱਚ ਆਉਂਦੇ ਆ ਬੰਦੇ, ਉਹ 'ਚ 90% ਫੇਲ ਹੋ ਜਾਂਦੇ ਆ, ਤੇ ਓਨਲੀ 10% ਤੋਂ ਵੀ ਘੱਟ ਜਿਹੜੇ ਹੁੰਦੇ ਆ ਉਹ ਸਕਸੀਡ ਹੁੰਦੇ ਆ, ਜਾਂ ਉਹਨਾਂ 'ਚ ਵੀ ਹੌਲੀ ਘੱਟ ਜਾਂਦੇ ਆ। ਤਾਂ ਵਾਟਸ ਦ ਮੇਨ ਰੀਜ਼ਨ? ਉਹ 'ਚ ਰੀਜ਼ਨ ਕੀ ਆ ਉਹਨਾਂ ਦਾ? ਮੇਨ ਰੀਜ਼ਨ ਇਹ ਹੁੰਦਾ ਹਰਪ੍ਰੀਤ, ਕਿਉਂਕਿ ਜਦੋਂ ਵੀ ਅਸੀਂ ਰੀਅਲਟਰ ਬਣਦੇ ਆ ਨਾ, ਵੀ ਯੂਜੂਅਲੀ ਜਿਹੜੇ ਲੋਕ ਹੈਗੇ ਨੇ, ਦੇ ਕਮ ਫਰੋਮ ਅ 9 to 5 ਜੌਬ। ਪਹਿਲਾਂ ਕਿਸੇ ਸਟੋਰ ਤੇ, ਫੈਕਟਰੀ 'ਚ, ਆਫਿਸ ਕਿਤੇ ਕੰਮ ਕਰਦੇ ਹੁੰਦੇ ਨੇ। Okay, when they come into this job, you're your own boss. It's like starting your own business. ਕੋਈ ਤੁਹਾਡੇ ਸਿਰ ਤੇ ਨਹੀਂ ਖੜਾ, ਤੁਸੀਂ ਆਪ ਕੰਮ ਕਰਨਾ ਹੈ। So as a realtor, you wake up unemployed every morning. ਤੁਸੀਂ ਸਵੇਰੇ ਜਦੋਂ ਉੱਠਦੇ ਹੋ ਨਾ, ਤੁਹਾਡੇ ਕੋਲ ਜੌਬ ਨਹੀਂ ਹੁੰਦੀ, ਕਿਉਂਕਿ if you had a deal yesterday, that was yesterday, ਉਹ ਡਨ ਹੋ ਚੁੱਕੀ ਹੈ। Now you got to look for tomorrow, ਵੀ ਕੱਲ ਨੂੰ ਕੀ ਕਰਨਾ। So every morning you're waking up unemployed. Now to get employed, to find new clients, you have to be very disciplined, you have to be very oriented, you have to be very, go step by step. But mostly ਲੋਕ ਜਿਹੜੇ ਨੇ, they struggle with being disciplined. They struggle with being committed and consistent. That's the biggest problem. Alright, ਤਾਂ ਮਤਲਬ ਤੁਹਾਨੂੰ that's why I mean, ਉਹਨਾਂ ਦਾ ਫਿਰ ਕੋਈ ਗੱਲ ਬਣਦੀ ਨਹੀਂ ਹੈਗੀ, and that's why the failure ratio in real estate industry ਬਹੁਤ ਹਾਈ ਆ। ਤਾਂ ਮਤਲਬ ਕਿ ਇੱਕ ਵਾਰੀ ਬੂਸਟ ਜ਼ਰੂਰ ਆ ਜਾਂਦਾ ਕਿ ਹਾਂ ਚਲ ਕਰਦੇ ਆ। ਮਤਲਬ ਮੇਰੇ ਫਰੈਂਡ ਨੂੰ ਮੈਂ ਦੇਖਿਆ ਕਿ ਅੱਛਾ ਉਹ ਅੱਛਾ ਰੀਅਲਟਰ ਬਣ ਗਿਆ, ਉਹ ਅੱਛਾ ਉਹ ਪੈਸੇ ਕਮਾਉਂਦਾ ਪਿਆ, ਪਰ ਉਹਦੇ ਪਿੱਛੇ ਜਿਹੜੀ ਉਹ ਸਟਰਗਲ ਕਰਦਾ ਪਿਆ, ਜਿਹੜਾ ਉਹਦੇ ਪਿੱਛੇ ਉਹਦਾ ਡਿਸਿਪਲਿਨ ਆ ਜਾਂ ਕੌਨਫੀਡੈਂਸ ਆ, ਜਿਹੜਾ ਉਹਦਾ ਮੋਟੀਵੇਸ਼ਨ ਆ, ਉਹਨੂੰ ਦੇਖਦਾ ਪਿਆ। ਜਸਟ ਉਹਨੇ ਦੇਖਿਆ ਕਿ ਹਾਂ ਪੈਸੇ ਆਉਂਦੇ ਪਏ ਆ, ਤਾਂ ਆਪਾਂ ਬਿਨਾਂ ਸੋਚੇ ਸਮਝੇ ਬਸ ਉਹਦੇ ਵਿੱਚ ਵੜ ਗਏ, ਕਿ ਚਾਹੇ ਆਪਣੇ ਕੋਲ ਸਕਿੱਲ ਸੈੱਟ ਹੈ ਕਿ ਨਹੀਂ ਹੈਗਾ, ਰਾਈਟ? ਤਾਂ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ। It definitely matters, yes, because it's realtor ਦਾ ਜਿਹੜਾ profession ਹੈਗਾ, it's like advising people. You're advisors. You're telling people what to do, what not to do, and you're just guiding them basically, ਹੈ ਨਾ। ਕੁਝ ਲੋਕ ਕਹਿੰਦੇ ਨੇ it's a sales business. I don't believe it's a sales business. I think as a ਚੰਗੇ realtor ਦਾ ਕੰਮ ਸਿਰਫ advise ਕਰਨਾ ਹੁੰਦਾ, and then let the other person decide either they want to do it or not. It's not like ਕਿ ਅਸੀਂ ਕੋਈ ਚੀਜ਼, ਹੁਣ ਮੈਂ ਪੈਨ ਤੁਹਾਨੂੰ ਸੈਲ ਕਰ ਰਿਹਾ, I'm not selling you something, I'm just giving you advice. Okay ਹਰਪ੍ਰੀਤ, ਤੁਹਾਡੀ ਸਿਚੁਏਸ਼ਨ ਆ ਹੈਗੀ ਹੈ, plan A ਆ, plan B ਆ, ਜੇ plan A choose ਕਰੋਗੇ, this is what's going to happen, plan choose B ਕਰੋਗੇ, this is what's going to happen. Now it's up to you ਕਿ ਤੁਸੀਂ ਕੀ decide ਕਰਨਾ ਹੈ। So I think most people ਜਿਹੜੇ ਨੇ, they look at it as a sales job, they start being so pushy, so like so aggressive about it, ਤੇ ਉਹ ਕਿਤੇ ਨਾ ਕਿਤੇ ਰੀਅਲਟਰਸ ਨੂੰ ਇੱਕ ਬੈਡ ਇਮੇਜ ਵੀ ਦਿੰਦੀ ਹੈ, ਜਿਹੜੀ ਕਿ ਮਾਰਕੀਟ ਦੇ ਵਿੱਚ ਬਣੀ ਹੋਈ ਹੈ। ਬਹੁਤੇ ਲੋਕੀ ਰੀਅਲਟਰ ਨੂੰ ਲਾਈਕ ਨਹੀਂ ਕਰਦੇ। ਐਗਜ਼ੈਕਟਲੀ, ਕਿਉਂਕਿ ਉਹਨਾਂ ਨੂੰ ਏਦਾਂ ਹੁੰਦਾ ਕਿ ਇਹ ਤਾਂ ਕਮਾਈ ਦੇ ਲਈ ਹੁੰਦਾ, ਇਹਨਾਂ ਨੂੰ ਆਪਦੀ ਫੀਸ ਭਰਨੀ, ਇਹਨਾਂ ਨੇ ਉੱਦਾਂ ਕਰਨਾ, ਪਰ ਉਹ ਇਹ ਨਹੀਂ ਦੇਖਦੇ ਪਏ ਕਿ ਅਗਰ ਉਹ ਤੁਹਾਡੀ ਮਦਦ ਨਾ ਕਰਨਗੇ ਤਾਂ ਹੋਰ ਕਰੂ ਕੌਣ? ਯੈਸ, ਐਂਡ ਅਨਦਰ ਥਿੰਗ, ਇੱਕ ਥਿੰਗ ਹੋਰ ਵੀ ਹਰਪ੍ਰੀਤ, ਜੇਕਰ ਚਲੋ ਠੀਕ ਹੈ ਕਮਿਸ਼ਨ ਬਣਦੀ ਹੈ, ਲੋਕ ਮਤਲਬ ਰੀਅਲਟਰ ਲੈਂਦੇ ਨੇ, ਸਾਡੀ ਤਾਂ ਕਮਿਸ਼ਨ ਬਣ ਕੇ ਹਟ ਜਾਣੀ ਹੈ, ਪਰ ਜੇਕਰ ਤੁਸੀਂ ਚੰਗੀ ਪ੍ਰਾਪਰਟੀ ਲਈ 5 ਸਾਲ ਬਾਅਦ ਜਿਹੜੀ ਵੈਲਿਊ ਐਪਰੀਸ਼ੀਏਟ ਹੋਣੀ ਹੈ, ਉਹਦੇ ਵਿੱਚ ਲੱਖ 2 ਲੱਖ ਜਿਹੜਾ ਬਣਨਾ ਉਹ ਤੁਹਾਡਾ ਹੀ ਬਣਨਾ। ਯੂ ਗੋਨਾ ਮੇਕ ਦੈਟ ਮਨੀ, the value appreciate, if a realtor is going to bring a good deal to ਤੁਹਾਡੇ ਕੋਲ ਲੈ ਕੇ ਆਉਂਦਾ, and you take action on it, obviously I'm going to make some money out of that, yes, because I'm working on it, right? But long term ਦੇ ਵਿੱਚ, look at the long term, look at the big picture, you're going to make money out of that. ਤੁਸੀਂ ਵੀ ਪੈਸੇ ਬਣਾਉਣੇ ਨੇ ਕੱਲ ਨੂੰ, ਜਦੋਂ ਤੁਸੀਂ 4-5 ਸਾਲ ਬਾਅਦ ਵੇਚਣਾ, ਉਹਨੂੰ ਇੱਕ ਨੂੰ ਵੇਚ ਕੇ ਤੁਸੀਂ 2 ਲੈਣੇ ਨੇ, you're also benefiting, right? So it's a win-win situation for everybody. But ਪਤਾ ਕੀ ਲੋਕ, ਕਈ ਵਾਰ ਅਸੀਂ ਨਾ, we don't have that big vision, we just only focus ਵੀ ਇਹਨੇ $10,000 ਲੈ ਜਾਣਾ, why? That's the thing. ਯਾ ਪਰ ਆਪਾਂ ਉਹੀ 10,000 'ਚ ਕੋਈ ਮਤਲਬ $5,000 ਕਹਿ ਦਈਏ, ਮਤਲਬ ਆਪਣਾ ਦੋਸਤ ਹੀ ਆਊਗਾ, ਨਹੀਂ ਮੇਰੇ ਕੋਲ ਸਕੀਮ ਹੈਗੀ ਹੈ, ਮੈਂ ਤੁਹਾਨੂੰ ਦੱਸ ਦਿੰਦਾ, ਪਰ ਉਹ ਘਰ ਸਹੀ ਨਹੀਂ ਨਿਕਲਿਆ ਤਾਂ ਤੁਸੀਂ ਕਰੋਗੇ, ਰਾਈਟ? ਤੁਹਾਨੂੰ ਉਹਨੇ ਫਸਾਤਾ ਕਿਸੇ ਚੱਕਰ ਦੇ ਵਿੱਚ, ਤੁਸੀਂ ਨਾ ਉਹਨਾਂ ਨੂੰ ਛੱਡਣ ਜੋਗੇ, ਨਾ ਉਹਨੂੰ ਹੁਣ ਲੈਣ ਜੋਗੇ, ਰਾਈਟ? ਤਾਂ ਇਟਸ ਬੈਟਰ ਟੂ ਹੈਵ ਅ ਗੁੱਡ ਰੀਅਲਟਰ ਹੂ ਇਜ਼ ਨਵ
ਹਿਮਸੈਲਫ ਐਜ਼ ਵੈਲ। ਨਹੀਂ ਹੋਰ ਵੀ ਤੁਸੀਂ ਬਹੁਤ ਨੇ। ਆਈ ਮੀਨ ਆਈ ਵੁੱਡ ਲਵ ਟੂ ਹੈਲਪ, ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਨੰਬਰ ਮੇਰਾ ਮੈਨੂੰ ਫੋਲੋ ਕਰ ਲਿਓ, ਮੇਰਾ ਹਾਂਜੀ ਨੰਬਰ ਹੈਗਾ, ਕਾਲ ਕਰ ਲਿਓ। ਬਟ ਆਮ ਨਾਟ ਦ ਓਨਲੀ ਵਨ, ਦੇਰ ਸੋ ਮੈਨੀ ਗੁੱਡ ਏਜੰਟਸ ਆਊਟ ਦੇयर, ਬਟ ਐਟ ਦ ਸੇਮ ਟਾਈਮ ਦੇਰ ਸੋ ਮੈਨੀ ਮਾੜੇ ਵੀ ਬਹੁਤ ਨੇ, ਮਾੜਿਆਂ ਦਾ ਨੰਬਰ ਯਾ ਜ਼ਿਆਦਾ ਆ। ਸੋ ਤਾਂ ਹੀ ਮੈਂ ਕਹਿੰਦਾ ਹੁੰਦਾ whenever you choosing a realtor, ਤੁਸੀਂ ਕਿਸੇ ਨਾਲ ਕੰਮ ਕਰਨਾ ਹੁੰਦਾ, ਹਰਪ੍ਰੀਤ ਤੁਸੀਂ ਵੀ ਕਰ ਲੈਣਾ ਆ, ਜਸਟ ਮੇਕ ਸ਼ੋਰ ਜਿਹੜੇ ਬੰਦੇ ਨਾਲ ਤੁਸੀਂ ਕੰਮ ਕਰਨਾ ਆ, ਤੁਸੀਂ ਉਹਦੀ ਵਾਈਬਸ ਜਿਹੜੀ ਆ ਉਹ ਤੁਹਾਨੂੰ ਫੀਲ ਹੁੰਦੀ ਹੋਵੇ, ਦਾ ਪਰਸਨ ਤੁਹਾਡੇ ਨਾਲ ਇੱਕ ਕਨੈਕਸ਼ਨ ਹੋਣਾ ਚਾਹੀਦਾ ਬੰਦੇ ਦਾ। ਇਫ ਯੂ ਫੀਲ ਕਿ ਜਿਹੜਾ ਅਗਲਾ ਬੰਦਾ is too pushy, too aggressive, ਤੇ ਤੁਹਾਡੀ ਗੱਲ ਸੁਣਦਾ ਨਹੀਂ, ਆਪਣੀ ਸੁਣਾਈ ਜਾਂਦਾ ਆ, then you should get a better idea ਕਿ ਅਗਲਾ ਬੰਦਾ ਕਿਹੋ ਜਿਹਾ ਹੈਗਾ ਆ, ਰਾਈਟ? ਸੋ ਬਾਇਰ ਬੀ ਅਵੇਅਰ, ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡੀ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਕਿਹੜੇ ਬੰਦੇ ਨਾਲ ਕੰਮ ਕਰਨਾ ਜਿਹੜਾ ਚੂਜ਼ ਕਰਦੇ ਹੋ। ਯਾ ਐਗਜ਼ੈਕਟਲੀ, ਕਿਉਂਕਿ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਆਪਣੇ ਕੁਐਸਚਨਸ ਹੁੰਦੇ ਆ, ਪਰ ਉਹ ਬੰਦਾ ਝੇਪ 'ਚ ਆ ਜਾਂਦਾ, ਜਾਂ ਉਹ ਕਹਿੰਦਾ ਕਿ ਅਗਲਾ ਬੰਦਾ ਉਹਨੂੰ ਟਾਈਮ ਹੀ ਨਹੀਂ ਦਿੱਤਾ ਉਹਨੇ ਬੋਲਣ ਦਾ, ਉਹ ਸਾਰੀਆਂ ਗੱਲਾਂ ਦੱਸਦਾ ਰਿਹਾ ਤੇ ਬਸ ਸਾਈਨ ਹੋ ਗਿਆ। ਇਹ ਯਾ ਮੋਸਟਲੀ ਆਪਾਂ ਕਾਰ ਡੀਲਰਸ਼ਿਪ ਤੇ ਬਹੁਤ ਜ਼ਿਆਦਾ ਚੀਜ਼ ਦੇਖਦੇ ਹਾਂ, ਇਹ ਚੀਜ਼ ਕਾਰ ਡੀਲਰਸ਼ਿਪ ਤੇ ਬਹੁਤ ਜ਼ਿਆਦਾ ਹੁੰਦੀ ਹੈ। ਰੀਅਲਟਰ ਨਾਲ ਵੀ ਇਦਾਂ ਹੀ ਹੁੰਦਾ, ਪੇਪਰੋਂ ਲੈਣ ਘਰ, ਹਾਂਜੀ ਠੀਕ ਹੈ ਭਾਜੀ, ਠੀਕ ਆ, ਆਲੋ ਫੜੋ, ਚਲੋ ਫਿਰ ਸਾਈਨ ਕਰੋ, ਲਾਈਏ ਤੁਹਾਡਾ ਘਰ ਸੇਲ, ਯੂ ਨੋ ਦੇ kind of push you in the corner, right? ਤੇ ਆਪਣੇ ਬੰਦੇ ਫਿਰ ਝੱਕ ਜਾਂਦੇ ਨੇ, ਯਾਰ ਕੀ ਕਹੀਏ ਹੁਣ, then because we are so hesitant to say no, ਸਾਨੂੰ ਐਂ ਲੱਗਦਾ ਯਾਰ ਜੇ no ਕਿਹਾ ਤਾਂ ਪਤਾ ਨਹੀਂ ਕੀ ਹੋ ਜਾਣਾ। Guys, Yeah, it's your life, yeah, it's your money, it's your decision. If you don't feel that the right thing is happening, just say no. That's it. Simple as that. Okay? Or just say you need exactly. time, right? Just say no. ਐਗਜ਼ੈਕਟਲੀ, ਨੋਬਡੀ ਐਵਰ ਟੋਲਡ ਮੀ ਦਿਸ ਕਾਈਂਡ ਆਫ ਸਟਫ, ਜਿਹੜਾ ਕਿ ਤੁਸੀਂ ਮੈਨੂੰ ਇਹ ਪੋਡਕਾਸਟ ਦੇ ਵਿੱਚ ਮੋਸਟਲੀ ਦੱਸਿਆ। ਅਗਰ ਤੁਹਾਡੇ ਕੋਲ 5 ਮਿੰਟ ਹੋਰ ਹੈਗੇ ਨੇ, ਆਪਾਂ ਇੱਕ ਥੋੜਾ ਟੌਪਿਕ ਲੈ ਲਈਏ, ਇੱਕ ਛੋਟਾ ਜਿਹਾ, ਅਗਰ ਤੁਹਾਡੇ ਕੋਲ 5 ਮਿੰਟ ਹੈਗੇ ਨੇ। Let's do it. 5 ਮਿੰਟ ਹੀ ਨੇ, ਮੇਰੀ 11:15 ਤੇ ਦੂਜੀ ਕਾਲ ਹੈ, so let's do 11:10 ਓਕੇ ਤੱਕ। Yes. ਓਕੇ, ਤਾਂ ਆਪਾਂ ਗੱਲ ਕਰ ਰਹੀ ਸੀ, ਆਪਾਂ ਕਹਿੰਦੇ ਸੀ ਯੂਐਸ ਦੀ ਛੋਟੀ ਜਿਹੀ ਗੱਲ ਲਵਾਂਗੇ ਆਪਾਂ, ਠੀਕ ਹੈ? Yes. ਤੁਹਾਨੂੰ ਪਤਾ ਕਿ 1971 ਦੇ ਵਿੱਚ ਉਹਨਾਂ ਨੇ 골ਡ ਸਟੈਂਡਰਡ ਤੋਂ ਆਪਣੇ ਡਾਲਰ ਨੂੰ ਅਲੱਗ ਕਰ ਲਿਆ ਸੀ, ਰਾਈਟ? Yes. Yes. ਤਾਂ ਉਸ ਟਾਈਮ ਤੋਂ ਬਾਅਦ ਉਹਨਾਂ ਨੇ ਆਪਣੀ ਟ੍ਰੈਜ਼ਰੀ ਬਣਾਤੀ ਸੀ, ਜਿਹੜੇ ਕਿ ਪ੍ਰਿੰਟ ਕਰ ਸਕਣ ਮਨੀ ਯੂਐਸ ਦੀ, Totally. ਰਾਈਟ? ਤਾਂ ਉਹਨਾਂ ਨੇ ਉਹ ਤੋਂ ਮਨੀ ਪ੍ਰਿੰਟ ਕਰਨੀ ਸਟਾਰਟ ਕੀਤੀ, ਤਾਂ ਇਹਨਾਂ ਨੂੰ ਲੱਗਿਆ ਕਿ ਕ੍ਰਾਈਸਿਸ ਆਉਣਗੇ 1980s ਦੇ ਵਿੱਚ, 1987 ਸੀ ਆਈ ਥਿੰਕ, ਰਾਈਟ? 87 ਸੀਗਾ, yes. ਯਾ ਉਦੋਂ ਕਹਿੰਦੇ ਸੀ ਕ੍ਰਾਈਸਿਸ ਆਉਣਗੇ, ਪਰ ਥੋੜਾ ਬਹੁਤ ਆਏ, ਉਹ ਨਹੀਂ ਹਟੇ, ਉਹਨੇ ਸਟਿਲ ਮਨੀ ਪ੍ਰਿੰਟ ਕਰਦੇ ਸਟਾਰਟ ਹੋ ਗਏ, ਕਰਦੇ ਰਹੇ 2008, ਤੁਹਾਨੂੰ ਯਾਦ ਆ 2008 ਦੇ ਵਿੱਚ ਹਾਊਸਿੰਗ ਮਾਰਕੀਟ ਦਾ ਬਹੁਤ ਤਕੜਾ ਕ੍ਰੈਸ਼ ਹੋਇਆ ਸੀ ਯੂਐਸ ਦੇ ਵਿੱਚ, yes. ਰਾਈਟ? ਤਾਂ Yes. ਬਟ ਸਟਿਲ ਉਹ ਮਨੀ ਨੂੰ ਪੰਪ ਕਰਦੇ ਪਏ ਆ ਇਸ ਟਾਈਮ ਦੇ ਉੱਤੇ। ਤੇ ਤੁਹਾਨੂੰ ਪਤਾ ਕਿ ਹੁਣ ਉਹਦੀ ਇਨਫਲੇਸ਼ਨ ਆਈ ਥਿੰਕ 9 ਤੋਂ ਉੱਪਰ ਚੱਲੀ ਆ, 9% ਤੋਂ, ਜਿਹੜਾ ਕਿ ਸਟੈਟਸ ਦੇ ਵਿੱਚ ਦਿਖਾਇਆ ਗਿਆ, ਜਿਹੜਾ ਕਿ ਰੀਅਲ ਨਹੀਂ ਹੈਗਾ, ਮੇਬੀ ਰੀਅਲ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ। ਤੇ what are your thoughts ਕਿ ਉਹ ਇਨਫਲੇਸ਼ਨ ਘੱਟ ਹੋਊਗੀ ਜਾਂ ਹੋ ਸਕਦੀ ਆ, ਜਾਂ ਕੀ ਆਈਡੀਆਜ਼ ਉਹਨਾਂ ਨੂੰ ਲੈਣੇ ਚਾਹੀਦੇ ਆ ਅਕੋਰਡਿੰਗ ਟੂ ਯੂ? ਮੈਨੂੰ ਲੱਗਦਾ ਨਹੀਂ ਇਨਫਲੇਸ਼ਨ ਨੂੰ ਕੋਈ ਬਾਹਲਾ ਫਰਕ ਪੈਣਾ, ਟੂ ਬੀ ਵੈਰੀ ਓਨੈਸਟ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਗਲੋਬਲ ਇਕੋਨਮੀ ਇਸ ਵੇਲੇ ਮੂਵ ਹੋ ਰਹੀ ਹੈ, ਹੁਣ ਇਹਨਾਂ ਦਾ ਇੰਟਰਸਟ ਰੇਟ ਦੇਖੋ ਕੰਟਰੀਆਂ ਵਧਾ ਰਹੀਆਂ ਨੇ, ਤੇ ਇਹਨਾਂ ਦਾ ਮੈਨੂੰ ਲੱਗਦਾ ਨਹੀਂ, ਇਹ ਪਿੱਛੇ ਜੇ ਜਗਮੀਤ ਸਿੰਘ ਦਾ ਬਿਆਨ ਆਇਆ ਸੀ, ਜਿਹੜੇ ਇੱਕ ਬਿਆਨ ਦੇ ਨਾਲ ਮੈਂ ਸੇਗ ਸੀ ਵੀ ਦਿਸ ਇਜ਼ ਨਾਟ ਅ ਗੁੱਡ ਮੈਰਿਟ ਟੂ ਬ੍ਰਿੰਗ ਡਾਊਨ ਦ ਇਨਫਲੇਸ਼ਨ। ਇਨਫਲੇਸ਼ਨ ਪਹਿਲਾਂ ਤੇ ਮੈਨੂੰ ਲੱਗਦਾ ਨਹੀਂ ਘਟਣੀ ਹੈ, ਜਾਂ ਥੋੜੀ ਬਹੁਤੀ ਘਟੇਗੀ, ਇਸ ਨਾਲ ਗੋਇੰ ਬੀ, ਕਿਉਂਕਿ ਇਨਫਲੇਸ਼ਨ ਟਾਈਮ ਟੂ ਟਾਈਮ ਹਮੇਸ਼ਾ ਵੱਧਦੀ ਰਹਿੰਦੀ ਹੁੰਦੀ ਹੈ, ਤੇ ਖਾਸ ਕਰਕੇ ਜਦੋਂ ਦਾ ਇਹਨਾਂ ਨੇ ਡਾਲਰ ਨੂੰ 골ਡ ਦੇ ਨਾਲੋਂ ਸੈਪਰੇਟ ਕੀਤਾ, ਥਿੰਗਸ ਆਰ ਸੋ ਡੈਫੀਨਿਟਲੀ ਦ paper money doesn't really have any value attached to it. Exactly. Right? Exactly. Unless you are invested into the assets, they ਜਿਹੜੇ ਤੁਹਾਨੂੰ hedge ਕਰ ਸਕਦੇ ਨੇ against inflation, such as real estate ਜਾਂ some other things, ਜਾਂ like gold or silver or whatever you can, ਜਿਹੜਾ ਵੀ ਤੁਹਾਡੀ choice ਹੋਵੇ, I think that's the only ਥੋੜੀ safe hedge ਹੋ ਸਕਦੀ ਹੈ to put you against the inflation. Otherwise, ਜੇਕਰ ਤੁਹਾਡੀ you're only relying on your paycheck or the money saved up into your account, I don't think you're at a very good spot for long term. Sounds good. ਚਲੋ ਇਹ ਬਹੁਤ ਵਧੀਆ ਰਿਹਾ ਥਾਟ ਸੁਣ ਕੇ, ਤਾਂ ਆਪਾਂ ਨੂੰ ਵੀ ਮਤਲਬ ਮੇਨ ਆਈਡੀਆ ਹੋ ਗਿਆ ਕੀ ਕਰਨਾ ਕੀ ਨਹੀਂ ਕਰਨਾ। ਲਾਸਟ ਕੁਐਸਚਨ ਮੈਂ ਆ ਗਿਆ, ਮੈਨੂੰ ਪਤਾ ਮੈਂ ਤੁਹਾਡਾ ਟਾਈਮ ਲੈ ਰਿਹਾ। ਲਾਸਟ ਕੁਐਸਚਨ, ਸੋ ਇਹ ਮੈਂ ਮੋਸਟਲੀ ਸਾਰਿਆਂ ਨੂੰ ਪੁੱਛਦਾ, ਸੋ ਤੁਸੀਂ ਟਾਈਮ ਲੈ ਸਕਦੇ ਹੋ ਸੋਚਣ ਲਈ। No worries. What are three things, ਉਹ ਕੁਝ ਵੀ ਹੋ ਸਕਦੀ ਆ, ਉਹ ਐਡਵਾਈਸ ਹੋ ਸਕਦੀ ਆ, ਸੁਜੈਸ਼ਨ ਹੋ ਸਕਦਾ, ਜਾਂ ਮਤਲਬ ਤੁਹਾਡੇ ਵੱਲੋਂ ਇੱਕ ਤੁਹਾਡਾ ਐਕਸਪੀਰੀਅੰਸ ਹੋ ਸਕਦਾ, ਠੀਕ ਹੈ? ਤੁਸੀਂ ਉਹ ਕੀ ਦੱਸਣਾ ਚਾਹੋਗੇ ਆਪਣੀ ਕਮਿਊਨਿਟੀ ਦੇ ਲਈ, ਉਹ ਲੋਕਾਂ ਨੂੰ, ਕਿ ਉਹਨਾਂ ਲਈ ਫਾਇਦੇਮੰਦ ਹੋਊਗਾ ਆਉਣ ਵਾਲੇ ਸਾਲਾਂ ਦੇ ਵਿੱਚ, ਆਉਣ ਵਾਲੀ ਲਾਈਫ ਦੇ ਵਿੱਚ, ਉਹਨਾਂ ਦੇ ਫਿਊਚਰ ਦੇ ਵਿੱਚ? 3 ਚੀਜ਼ਾਂ। Okay, yeah, 3 ਚੀਜ਼ਾਂ। Okay, first thing, start reading books. ਸਾਨੂੰ ਪੜ੍ਹਨ ਦੀ ਆਦਤ ਨਹੀਂ ਹੈਗੀ। ਅਸੀਂ ਸਾਡਾ ਸਕੂਲ ਖਤਮ ਹੁੰਦਾ ਤੇ ਅਸੀਂ ਕਹਿੰਦੇ ਜਾਣ ਛੁੱਟੀ, ਖਹਿੜਾ ਛੁੱਟਿਆ, ਹੁਣ ਆਪਾਂ ਬਸ ਕਿਤਾਬਾਂ ਤੋਂ ਖਹਿੜਾ ਛੁਟਾਤਾ। Don't do that. Real life starts after the school. ਸਕੂਲ ਖਤਮ ਹੁੰਦਾ ਤਾਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਤੇ ਜ਼ਿੰਦਗੀ ਦੀ ਜੰਗ ਤੁਸੀਂ ਤਾਂ ਹੀ ਜਿੱਤ ਸਕੋਗੇ ਜੇਕਰ ਤੁਹਾਨੂੰ ਪਤਾ ਹੋਏਗਾ ਤੁਸੀਂ ਕਰਨਾ ਕੀ ਹੈ। So you gotta have enough tools in your toolbox to fight in you know ਜਿਹੜੀ everyday battle ਹੈਗੀ of your life.
Start reading books. Start reading good books, not the fantasy, not the all the stuff. Good self-developing books. ਪਹਿਲੀ ਗੱਲ ਤਾਂ ਉਹ। ਓਕੇ ਦੂਜੀ ਗੱਲ ਹੈਗਾ ਆ learn financial education. ਮਨੀ ਮੈਨੇਜਮੈਂਟ ਸਿੱਖੋ, ਪੈਸੇ ਨੂੰ ਕਿੱਦਾਂ ਮੈਨੇਜ ਕਰਨਾ ਹੈ। ਪੈਸਾ ਕਮਾ ਆਪਾਂ ਸਾਰੇ ਲੈਂਦੇ ਹਾਂ। ਡਿਊਰਿੰਗ ਦਾ ਲਾਈਫ ਟਾਈਮ ਅਸੀਂ ਸਾਰਿਆਂ ਨੇ ਮਿਲੀਅਨ ਡਾਲਰ ਤੋਂ ਉੱਪਰ ਕਮਾਈ ਕਰ ਲੈਣੀ ਹੈ, ਚਾਹੇ ਪੇ ਚੈੱਕ ਤੇ ਕਰੀਏ, ਚਾਹੇ ਬਿਜ਼ਨਸ ਤੇ ਕਰੀਏ, ਬਟ ਵੈਰੀ ਫਿਊ ਪੀਪਲ ਨੋ ਹਾਊ ਟੂ ਮੈਨੇਜ ਦੈਟ ਮਨੀ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਆ ਵੀ ਗਏ, ਇਹਨਾਂ ਮੁਲਕਾਂ ਦੇ ਵਿੱਚ ਆ ਵੀ ਗਏ, ਪਰ ਸਾਡੀ ਲਾਈਫ ਇੱਥੇ ਆ ਕੇ ਵੀ ਪੰਜਾਬੀ 'ਚ ਕਹਾਂ ਤਾਂ ਨਰਕ ਹੀ ਬਣੀ ਹੋਈ ਹੈ। ਘੰਟੇ ਲਾ ਲਓ ਹੈ ਨਾ। ਇਟਸ ਨਾਟ ਗੁੱਡ। ਤੀਜੀ ਚੀਜ਼ ਹੈਗੀ ਹੈ ਲਰਨ ਅ ਸਕਿੱਲ ਸੈਟ, ਅ ਫਿਊਚਰਿਸਟਿਕ ਸਕਿੱਲ ਸੈਟ। ਇਹ ਨਹੀਂ ਠੀਕ ਹੈ, ਕੰਮ ਅੱਜ ਦੇ ਹਿਸਾਬ ਦੇ ਨਾਲ ਵਧੀਆ ਨੇ, ਟੈਕਸੀ ਚਲਾ ਲਈ, ਉਬਰ ਚਲਾ ਲਿਆ, ਕੰਮ ਕਰ ਲਿਆ, ਟਰੱਕ ਚਲਾ ਲਿਆ, ਅਸੀਂ ਵੀ ਕੀਤੇ ਨੇ ਟਾਈਮ ਦੇ ਵਿੱਚ ਆ ਕੇ, ਪਰ ਐਟ ਦੈਟ ਟਾਈਮ ਥਿੰਗਸ ਵਰ ਡਿਫਰੈਂਟ। ਹੁਣ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ। ਲਰਨ ਅ ਫਿਊਚਰਿਸਟਿਕ ਸਕਿੱਲ ਸੈਟ, ਜਿਹਦੇ ਨਾਲ ਤੁਹਾਡਾ ਫਿਊਚਰ ਸਿਕਿਉਰ ਹੋ ਸਕੇ, ਐਂਡ ਸਟਾਪ ਟ੍ਰੇਡਿੰਗ ਯੂਰ ਟਾਈਮ ਫॉर hourly pay. Learn something valuable that will put value in you. Those are my 2 cents. Got it. ਤਾਂ ਮਤਲਬ ਕਿ ਸਭ ਤੋਂ ਪਹਿਲਾਂ ਕਿ start reading books, Yes. financial literacy, stop trading your time for the hourly money. Yes. Right? Got it. Because there's only so many hours, Harpreet. If you look at it, ਹੁਣ ਲੋਕੀ ਕਹਿੰਦੇ ਮੈਂ 2 ਜੌਬਾਂ ਕਰਦਾ, ਠੀਕ ਹੈ, ਪਰ ਦਿਹਾੜੀ 24 ਘੰਟੇ ਨੇ ਕਿੰਨਾ ਕੰਮ ਕਰ ਲੋਗੇ? ਤੁਸੀਂ 12 ਕਰ ਲੋਗੇ, 18 ਕਰ ਲੋਗੇ, 20 ਘੰਟੇ ਕਰ ਲੋਗੇ, ਔਰ ਕਿੰਨੇ ਦਿਨ ਲਗਾਤਾਰ ਕਰ ਲੋਗੇ? Until you're trading your time for the money, you're never going to get ahead in life very much. So you got to learn, you got to start something, okay, you know, there better way to earn the money. ਆ ਸੇਮ ਚੀਜ਼ ਦੀ ਐਗਜ਼ਾਮਪਲ ਮੈਂ 4 ਘੰਟੇ ਸੌਂਦਾ ਹੁੰਦਾ ਸੀ ਜਦੋਂ ਮੈਂ ਕੈਨੇਡਾ ਤੋਂ ਆਇਆ, ਤੇ ਕਿਉਂਕਿ ਸਟੱਡੀ ਵੀ ਹੁੰਦੀ ਸੀ। ਉਸ ਤੋਂ ਬਾਅਦ ਮੇਰਾ ਵਰਕ ਪਰਮਿਟ ਸਟਾਰਟ ਹੋਇਆ, ਆਈ ਸਟਾਰਟਡ ਡੂਇੰਗ 2 ਜੌਬਸ ਕਿ ਮੇਰੀ ਮਨੀ ਇਨਕਮ ਵੱਧ ਜੂਗੀ, ਪਰ ਤੁਹਾਨੂੰ ਪਤਾ ਉਹਦੇ ਨਾਲ ਮੇਰਾ ਕੋਈ ਸਕਿੱਲ ਸੈਟ ਜ਼ਿਆਦਾ ਵਧਿਆ ਨਹੀਂ, ਬਟ ਮਨੀ ਜ਼ਰੂਰ ਆਈ ਆ, ਪਰ ਸਕਿੱਲ ਸੈਟ ਜੋ ਆਪਣੀ ਆਉਣ ਵਾਲੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ, ਉਹ ਨਹੀਂ ਹੋ ਪਾਇਆ। ਤਾਂ ਵੀਰੇ ਤੁਸੀਂ ਆਪਣਾ ਨੰਬਰ ਦੇ ਦਿਓ, ਅਗਰ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਇਆ ਤੁਸੀਂ ਨੰਬਰ ਬੋਲ ਵੀ ਦਿਓ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡਾ ਇਹਨਾਂ ਦਾ ਮੈਂ ਵੈਬਸਾਈਟ ਦਾ ਲਿੰਕ, ਇਹਨਾਂ ਦਾ YouTube ਦਾ ਲਿੰਕ, ਇੰਸਟਾਗ੍ਰਾਮ ਐਜ਼ ਵੈਲ ਐਜ਼ ਜਿਹੜੇ ਵੀ ਇਹਨਾਂ ਦੀ ਸੋਸ਼ਲ ਮੀਡੀਆ ਪਲੇਟਫਾਰਮਸ ਆ ਉਹਨਾਂ ਦੇ ਮੈਂ ਲਿੰਕ ਦੇ ਦੂੰਗਾ। ਅਗਰ ਤੁਹਾਡੇ ਕੋਲ ਕੋਈ ਵੀ ਕੁਐਸਚਨ ਆ, ਮੋਸਟਲੀ ਆਪਾਂ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ, ਬਟ ਸਟਿਲ ਅਗਰ ਤੁਹਾਨੂੰ ਲੱਗਦਾ ਰਹਿ ਗਏ ਤੁਸੀਂ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਅਗਰ ਤੁਸੀਂ ਨੰਬਰ ਦੇਣਾ ਚਾਹੋ ਦੇ ਸਕਦੇ ਹੋ, ਨਹੀਂ Absolutely. Thank you, Harpreet. ਨੰਬਰ ਮੇਰਾ ਹੈਗਾ 7782229632 778 222 9632, ਤੇ ਦੀ ਨੈਬ ਸਿੰਘ THENAVSINGH ਕਰਕੇ ਸਾਰੇ ਹੈਂਡਲਸ ਨੇ ਮੇਰੇ, YouTube ਤੋਂ ਲੈ ਕੇ TikTok ਤੇ ਐਵਰੀਥਿੰਗ ਤੇ ਫੋਲੋ ਕਰ ਲਿਓ, ਕਾਲ ਕਰ ਲਿਓ ਜੋ ਕੁਐਸਚਨ ਹੋਏ। ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਨਾਲ ਬਾਈ ਜਾਂ ਸੈਲ ਹੀ ਕਰਨਾ, ਕੋਈ ਜਰਨਲ ਕੋਈ ਤੁਸੀਂ ਗੱਲਬਾਤ ਹੀ ਕਰਨੀ ਹੋਵੇ, ਕੋਈ ਵੈਸੇ ਸਲਾਹ ਲੈਣਾ, ਯੂ ਕੈਨ ਸਟਿਲ ਰੀਚ ਮੀ ਆਊਟ, ਆਲ ਬੀ ਮੋਰ ਦੈਨ ਹੈਪੀ ਟੂ ਜਸਟ ਗਿਵ ਯੂ ਮਾਈ 2 cents like what I think about the stuff and everything. And thank you, Harpreet, thank you for the time, I appreciate it, brother, you reached out and everything, thank you. ਹਾਂਜੀ, ਥੈਂਕ ਯੂ ਸੋ ਮਚ ਵੀਰੇ, ਐਂਡ ਆਈ ਹੋਪ ਕਿ ਆਪਾਂ ਫਿਊਚਰ ਦੇ ਵਿੱਚ ਵੀ ਦੁਬਾਰਾ ਮਿਲੀਏ, ਤੇ ਜਦੋਂ ਮੈਂ ਘਰ ਲੈਣਾ ਮੈਂ ਤੁਹਾਡੇ ਨਾਲ ਕੰਟੈਕਟ ਜ਼ਰੂਰ ਕਰਾਂ। Definitely, I'll be more than happy, brother. Thank you, Ji. All right, brother. All right, see you. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। Thank you.